ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਰਾਖਹੁ ਆਪਣੀ ਸਰਣ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨਾ ਜਾਣਉ, ਨੀਚ ਮੂਰਖਾਰੇ। ਮਾਨ ਕਰਉ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ, ਬਹੁਤਾ ਦੁਖ ਲਾਗਾ। ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ। ਸਭ ਦੇ ਦੇਹ 부ਝਾਈ, ਬਿਨ ਸਤਿਗੁਰ ਸੇਵੇ, ਬਹੁਤਾ ਦੁਖ ਲਾਗਾ। ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ। ਸਭ ਦੇ ਦੇਹ 부ਝਾਈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਰਹਾਉ
ਮਨਸਾ ਮਾਰ ਦੁਬਿਧਾ ਸਹਿਜ ਸਮਾਨੀ, ਪਾਇਆ ਨਾਮ ਅਪਾਰਾ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਬਿਖ ਕਾਟਨ ਹਾਰਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੈ ਕੋਈ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪੈ ਸੇਈ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪੈ ਸੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਚਵਰ ਛਤਰ ਤਖਤ ਦੇ ਮਾਲਕ, ਬਖਸ਼ਿਸ਼ਾਂ ਮਿਹਰਾਮਤਾਂ ਦੇ ਸਾਗਰ, ਕਿਰਪਾਲੂ ਦਿਆਲੂ ਭਗਤ ਵਸ਼ਲ ਪਤਿਤ ਪਾਵਨ, ਕਰੁਣਾ ਨਿਧਾਨ, ਸਰਬ ਕਲਾ ਸਮਰੱਥ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਅੰਦਰ, ਗਰੀਬ ਨਵਾਜ ਸਾਹਿਬ ਪਾਤਸ਼ਾਹ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਰ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁੱਖ ਵਾਕ ਗੁਰੂ ਕੇ ਪਾਵਨ ਸ਼ਬਦ ਗਰੀਬ ਨਵਾਜ ਪਾਤਸ਼ਾਹ ਜੋ ਆਵਾਜ਼ਾ ਬਖਸ਼ਿਸ਼ ਕੀਤਾ ਹੈ, ਸਾਹਿਬ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰਦਿਆਂ ਪਾਤਸ਼ਾਹ ਦੇ ਦਰ ਘਰ ਦੀ ਹਜ਼ੂਰੀ ਦੀ ਟਹਿਲ ਮਾਣਨ ਵਾਸਤੇ ਸਾਹਿਬ ਦੀ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਦਾਤੇ ਨੇ ਇਹ ਸੁਭਾਗ ਇਹ ਸੁਲੱਖਣੀ ਘੜੀ ਬਖਸ਼ੀ ਹੈ। ਅਰਦਾਸ ਕਰੋ ਸਮਰੱਥ ਸਤਿਗੁਰੂ ਤਰਸ ਕਰੋ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਸਾਨੂੰ ਸਭਨਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ੋ। ਆਓ ਜਿਤਨੇ ਵੀ ਪਾਤਸ਼ਾਹ ਜੀ ਦੇ ਦਰ ਘਰ ਸਰੀਰ ਕਰਕੇ ਸੁਰਤ ਕਰਕੇ ਹਾਜ਼ਰੀਆਂ ਭਰ ਰਹੇ ਹੋ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ। ਹਜੂਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਹ ਪਾਵਨ ਮੁੱਖ ਵਾਕ ਸਮੁੱਚੇ ਸੰਸਾਰ ਦੀ ਝੋਲੀ ਵਿੱਚ ਪਾਏ ਨੇ। ਜਗਤ ਜਲੰਦੇ ਦੇ ਉਧਾਰ ਹਿੱਤ ਰਾਹ ਤੋਂ ਭਟਕਿਆ ਹੋਇਆਂ ਸਾਨੂੰ ਕਲਯੁਗੀ ਜੀਵਾਂ ਨੂੰ ਮਾਰਗ ਦਿਖਾਉਂਦਿਆਂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਦੇ ਕਰਕੇ ਨਿਵਾਜਿਆ ਹੈ। ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਮੁਬਾਰਕ ਪੰਕਤੀਆਂ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਕਿ ਸਿੱਖਾ ਮਾਲਕ ਦੇ ਦਰ ਤੇ ਆ ਕੇ ਇੱਕ ਅਰਦਾਸ ਕਰ। ਤੇ ਉਹ ਅਰਦਾਸ ਕੀ ਹੈ ਕਿ ਐ ਮੇਰੇ ਸਮਰੱਥ ਸਤਿਗੁਰੂ ਸਾਡੇ ਤੇ ਇੱਕ ਕਿਰਪਾ ਕਰ। ਪਾਤਸ਼ਾਹ ਜੀ ਇਹ ਅਰਦਾਸ ਤੇ ਅਸੀਂ ਰੋਜ਼ ਹੀ ਕਰਦੇ ਹਾਂ। ਅਸੀਂ ਤੇ ਉੱਠਦੇ ਬਹਿੰਦੇ ਵੀ ਕਹਿੰਦੇ ਹਾਂ ਰੱਬ ਕਿਰਪਾ ਕਰੇ, ਮਾਲਕ ਕਿਰਪਾ ਕਰੇ, ਗੁਰੂ ਕਿਰਪਾ ਕਰੇ। ਪਰ ਮਹਾਰਾਜ ਜੀ ਕੀ ਅਸੀਂ ਗਲਤ ਹਾਂ? ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਮਝਾਉਣਗੇ ਕਿਰਪਾ ਤੁਸੀਂ ਮੰਗਦੇ ਹੋ, ਪਰ ਅਸਲ ਵਿੱਚ ਤੁਸੀਂ ਕੇਵਲ ਸੰਸਾਰ ਦੇ ਪਦਾਰਥਾਂ ਦੀ ਕਿਰਪਾ ਮੰਗਦੇ ਹੋ
ਕਿ ਮਾਲਕ ਜੀ ਮੈਨੂੰ ਆਹ ਚੀਜ਼ਾਂ ਦੀ ਲੋੜ ਹੈ, ਇਹ ਮੈਨੂੰ ਪ੍ਰਾਪਤ ਹੋਵਣ। ਤੇਰੀਆਂ ਲੋੜਾਂ ਦੀ ਜਦੋਂ ਪੂਰਤੀ ਹੋ ਜਾਂਦੀ ਤੈਨੂੰ ਰੱਜ ਨਹੀਂ ਆਉਂਦਾ, ਕਿਉਂਕਿ ਇਹ ਬਹੁਤ ਵੱਡੀ ਗੱਲ ਹੈ। ਜੀਵਨ ਵਿੱਚ ਲੋੜ ਭਗਤਾਂ ਦੀ ਵੀ ਰਹੀ, ਤੇ ਭਗਤਾਂ ਨੇ ਖੁੱਲ੍ਹੇ ਸ਼ਬਦਾਂ ਵਿੱਚ ਕਿਹਾ ਕਿ ਐ ਸਤਿਗੁਰੂ, ਸਾਡੀਆਂ ਆ ਚੀਜ਼ਾਂ ਸਾਨੂੰ ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਇਹ ਸਾਰਾ ਕੁਝ ਸਾਨੂੰ ਚਾਹੀਦਾ ਹੈ। ਤੇ ਨਾਲ ਇਹ ਵੀ ਕਿਹਾ ਕਿ ਮਾਲਕਾ, ਆਪ ਨਾ ਦੇਹੋ ਤਾਂ ਲੇਵਹੁ ਮੰਗੇ, ਕਿ ਜੇ ਤੂੰ ਨਹੀਂ ਵੀ ਦੇਂਗਾ ਅਸੀਂ ਤੇਰੇ ਤੋਂ ਮੰਗ ਕੇ ਲੈ ਲਾਂਗੇ, ਕਿਉਂਕਿ ਸਾਡਾ ਇਹ ਅਧਿਕਾਰ ਹੈ। ਅਧਿਕਾਰ ਕਿਉਂ ਹੈ? ਕਿਉਂਕਿ ਤੂੰ ਸਾਡੀ ਮਾਂ ਹੈ, ਸਾਡਾ ਪਿਤਾ ਹੈ। ਤੇ ਬੱਚੇ ਆਪਣੇ ਮਾਂ ਪਿਤਾ ਤੋਂ ਜਿੱਦ ਕਰਕੇ ਵੀ ਮੰਗਦੇ ਨੇ, ਕਈ ਦਫਾ ਰੋਸਾ ਗਿਲਾ ਸ਼ਿਕਵਾ ਕਰਕੇ ਵੀ ਮੰਗਦੇ ਨੇ, ਪਰ ਬੱਚਾ ਆਪਣੇ ਮਾਪਿਓ ਤੋਂ ਹੀ ਮੰਗੇਗਾ, ਉਹ ਕਦੀ ਸੰਸਾਰ ਅੱਗੇ ਹੱਥ ਨਹੀਂ ਅੱਡ ਸਕਦਾ। ਮਹਾਰਾਜ ਗੁਰੂ ਅਮਰਦਾਸ ਮਹਾਰਾਜ ਅੱਜ ਸਮਝਾ ਰਹੇ ਨੇ, ਠੀਕ ਹੈ ਤੂੰ ਆਪਣੇ ਜੀਵਨ ਦੀਆਂ ਲੋੜਾਂ ਵਾਸਤੇ ਮੰਗ, ਪਰ ਇਸ ਤੋਂ ਥੋੜਾ ਜਿਹਾ ਆਪਣੀ ਸੁਰਤੀ ਨੂੰ ਉਤਾਂ ਚੁੱਕ। ਸਾਰੀ ਜ਼ਿੰਦਗੀ ਕੇਵਲ ਪਦਾਰਥ ਨਾ ਮੰਗੀ ਜਾਈ। ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਆ ਤੈਨੂੰ ਦੱਸਦੇ ਆ ਮਾਲਕ ਦੇ ਦਰ ਤੋਂ ਕੀ ਮੰਗਣਾ ਹੈ। ਪਰ ਮੰਗਣ ਦੇ ਵਾਸਤੇ ਪਹਿਲਾਂ ਤੈਨੂੰ ਆਪਣਾ ਜੀਵਨ ਜਿਹੜਾ ਉਹ ਥੋੜਾ ਜਿਹਾ ਢਾਲਣਾ ਪਏਗਾ, ਕਿਉਂਕਿ ਭਿਖਾਰੀ ਨੂੰ ਕਦੀ ਵੀ ਦੇਖੋ ਤਾਂ ਭਿਖਾਰੀ ਦੇ ਕੋਲ ਇੱਕ ਇਸ ਤਰ੍ਹਾਂ ਦਾ ਲਿਬਾਸ, ਇੱਕ ਲਹਿਜਾ ਹੈ। ਜੇ ਭਿਖਾਰੀ ਬਹੁਤ ਸੋਹਣਾ ਸੱਜ ਧੱਜ ਕੇ ਹੰਕਾਰ ਵਿੱਚ ਆ ਕੇ ਕਵੇ ਕਿ ਮੈਨੂੰ ਤੁਹਾਡੇ ਕੋਲੋਂ ਕੁਝ ਚਾਹੀਦਾ ਹੈ, ਤੇ ਆਪਾਂ ਕਵਾਂਗੇ ਤੇਰੀ ਹਾਲਤ ਨਹੀਂ ਲੱਗਦੀ ਕਿ ਤੂੰ ਭਿਖਾਰੀ ਹੈ, ਨਾ ਤੇਰਾ ਸੁਭਾਅ ਹੀ ਭਿਖਾਰੀਆਂ ਵਾਲਾ ਲੱਗਦਾ ਹੈ। ਤੇਰੇ ਬੋਲਾਂ ਦੇ ਵਿੱਚ ਉਹ ਨਿਮਰਤਾ, ਉਹ ਨਿਮਾਣਾਪਣ, ਉਹ ਦੀਨਾਂ ਵਾਲੇ ਸ਼ਬਦ ਜਿਹੜੇ ਤੇਰੇ ਸ਼ਬਦਾਂ ਵਿੱਚ ਨਹੀਂ ਹਨ। ਤਾਂ ਗੁਰੂ ਅਮਰਦਾਸ ਮਹਾਰਾਜ ਅੱਜ ਸਭ ਤੋਂ ਪਹਿਲਾਂ ਇਹ ਸਮਝਾਉਂਦੇ ਪਏ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਆਪਾਂ ਸਾਰੇ ਕਹਿੰਦੇ ਆ ਸਾਨੂੰ ਬੜੇ ਦੁੱਖ ਨੇ। ਇੱਕ ਹੁੰਦੇ ਨੇ ਸਰੀਰਕ ਦੁੱਖ, ਜਿਹੜੇ ਇੱਕ ਦੂਜੇ ਨੂੰ ਦਿਸ ਆਉਂਦੇ ਨੇ, ਜਿਹੜੇ ਡਾਕਟਰ ਨੂੰ ਵੀ ਦਿਸ ਆਉਂਦੇ ਨੇ ਕਿ ਹਾਂ ਇਹਦੇ ਸਰੀਰ ਦੇ ਵਿੱਚ ਫਲਾਣਾ ਦੁੱਖ ਹੈ, ਫਲਾਣਾ ਰੋਗ ਹੈ। ਇੱਕ ਹੁੰਦੇ ਨੇ ਸਾਡੇ ਮਾਨਸਿਕ ਦੁੱਖ, ਮਾਨਸਿਕ ਰੋਗ ਜਿਨ੍ਹਾਂ ਨੂੰ ਕਹਾਂ, ਉਹ ਬਹੁਤ ਘੱਟ ਸਾਨੂੰ ਆਪਣੇ ਆਪ ਨੂੰ ਵੀ ਕਈ ਦਫਾ ਪਤਾ ਨਹੀਂ ਲੱਗਦਾ। ਹਾਲਾਂਕਿ ਆਪਾਂ ਕਹਿ ਦਿੰਦੇ ਆ ਜਿਹੜੇ ਮਾਨਸਿਕ ਰੋਗੀਆਂ ਦਾ ਇਲਾਜ ਕਰਦੇ ਨੇ ਉਹ ਸਮਝ ਲੈਂਦੇ ਨੇ, ਪਰ ਨਹੀਂ, ਬਹੁਤ ਐਸੇ ਮਾਨਸਿਕ ਦੁੱਖ ਰੋਗ ਨੇ ਜਿਹੜੇ ਸਾਨੂੰ ਆਪ ਸਮਝ ਨਹੀਂ ਆਉਂਦੇ ਕਿ ਸਾਨੂੰ ਇਹ ਚਿੰਬੜੇ ਹੋਏ ਨੇ। ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਨਾਂ ਦਾ ਕੋਈ ਕਾਰਨ ਤੇ ਹੋਏਗਾ। ਜਿਵੇਂ ਬਾਹਰੀ ਰੋਗ ਲੱਗਦਾ ਹੈ ਤੇ ਆਪਾਂ ਕਹਿੰਦੇ ਆ ਬਿਮਾਰੀ ਮੈਨੂੰ ਤਾਂ ਲੱਗ ਗਈ ਕਿਉਂਕਿ ਮੈਂ ਫਲਾਣੀ ਚੀਜ਼ ਖਾ ਲਈ ਸੀਗੀ, ਜਾਂ ਮੈਂ ਫਲਾਣਾ ਕੁਝ ਖਾ ਲਿਆ, ਆਹ ਕੰਮ ਕਰ ਲਿਆ, ਮੈਂ ਉੱਥੇ ਚਲਾ ਗਿਆ, ਇਹ ਰੋਗ ਮੈਨੂੰ ਤਾਂ ਲੱਗਾ ਹੈ। ਮਹਾਰਾਜ ਆ ਜਿਹੜੇ ਦੁੱਖਾਂ ਵਾਲੇ ਰੋਗ ਸਾਨੂੰ ਲੱਗੇ ਨੇ, ਇਹਨਾਂ ਦਾ ਕੋਈ ਕਾਰਨ ਤਾਂ ਸਾਹਿਬ ਪਾਤਸ਼ਾਹ ਕਹਿੰਦੇ ਹਾਂ, ਕਾਰਨ ਤੋਂ ਬਿਨਾਂ ਕਦੀ ਵੀ ਕੁਝ ਨਹੀਂ ਹੁੰਦਾ। ਬਿਨ ਸਤਿਗੁਰ ਸੇਵੇ, ਤੂੰ ਜਦੋਂ ਮਾਤ ਗਰਭ ਦੇ ਅੰਦਰ ਸੀ ਨਾ, ਤੂੰ ਦਿਨ ਰਾਤ ਅਰਦਾਸਾਂ ਕਰਦਾ ਸੀ, ਸਾਹਿਬ ਵੱਡਾ ਝੂਠਾ ਤੂੰ ਹੈ। ਤੂੰ ਸੰਸਾਰ ਤੇ ਆਉਂਦੇ ਸਾਰ ਹੀ ਗੁਰੂ ਅਮਰਦਾਸ ਮਹਾਰਾਜ ਜਦੋਂ ਬਚਨ ਕਹਿੰਦੇ ਨੇ ਕਿ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਡਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਿ ਤੂੰ ਪਹਿਲਾਂ ਸਾਹ ਸੰਸਾਰ ਦੀਆਂ ਅੱਖਾਂ ਸਾਹਮਣੇ ਲਿਆ, ਉਸੇ ਵਕਤ ਦੀ ਲਿਵ ਛੁਡਕੀ ਲਗੀ ਤ੍ਰਿਸ਼ਨਾ, ਉਸੇ ਵਕਤ ਪਰਮਾਤਮਾ ਨਾਲੋਂ ਲਿਵ ਟੁੱਟੀ, ਸੰਸਾਰ ਦੀ ਮਾਇਆ ਦੀ ਤ੍ਰਿਸ਼ਨਾ ਜਿਹੜੀ ਸੀ ਇਹ ਲੱਗ ਗਈ। ਜਿਹਨੂੰ ਸਾਹਿਬ ਬਾਣੀ 'ਚ ਇੱਕ ਵਚਨ ਕਹਿੰਦੇ ਨੇ ਕਿ ਤੂੰ ਬੜੇ ਕੌਲ ਕਰਾਰ ਕੀਤੇ ਪਰ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਤਾਂ ਹਜੂਰ ਪਾਤਸ਼ਾਹ ਕਹਿੰਦੇ ਤੇਰੇ ਦੁੱਖ ਦਾ ਕਾਰਨ ਹੀ ਇਹ, ਬਿਨ ਸਤਿਗੁਰ ਸੇਵੇ ਤੂੰ ਮਾਲਕ ਦੀ ਸੇਵਾ ਨਹੀਂ ਕਰਦਾ, ਤੂੰ ਮਾਲਕ ਦਾ ਚਿੰਤਨ ਨਹੀਂ ਕਰਦਾ, ਤੂੰ ਉਹਦੀ ਯਾਦ ਦੇ ਅੰਦਰ ਨਹੀਂ ਜੁੜਦਾ, ਇਸ ਕਰਕੇ ਬਹੁਤਾ ਦੁੱਖ ਲਾਗਾ। ਸਾਹਿਬ ਇੱਕ ਬਚਨ ਕਹਿੰਦੇ ਨੇ, ਹਰ ਬਿਸਰਤ ਸਦਾ ਖੁਆਰੀ। ਯਾਦ ਰੱਖੀ, ਜਿਸ ਦਿਨ ਤੈਨੂੰ ਰੱਬ ਭੁੱਲ ਗਿਆ, ਤੈਨੂੰ ਪਰਮਾਤਮਾ ਭੁੱਲ ਗਿਆ, ਜਾਂ ਇੰਜ ਕਹਿ ਲਓ ਤੂੰ ਆਪਣੇ ਮੂਲ ਦੇ ਨਾਲੋਂ ਟੁੱਟ ਗਿਆ, ਹਰ ਬਿਸਰਤ ਸਦਾ ਖੁਆਰੀ। ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਮੇਰੇ ਦੁੱਖ ਖਤਮ ਹੋ ਜਾਣ, ਮੇਰੀਆਂ ਖੁਆਰੀਆਂ ਖਤਮ ਹੋ ਜਾਣ, ਸਾਹਿਬ ਕਹਿੰਦੇ ਇੱਕ ਦਿਨ ਦੀ ਗੱਲ ਛੱਡ, ਸਦਾ ਖੁਆਰੀ, ਤੈਨੂੰ ਲੋਕ ਪਰਲੋਕ ਵਿੱਚ ਖੁਆਰੀਆਂ ਮਿਲਣਗੀਆਂ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਇਹ ਬਹੁਤੇ ਦੁੱਖ ਤੈਨੂੰ ਤਾਂ ਲੱਗੇ ਨੇ ਜੁਗ ਚਾਰੇ ਪਰਮਾਈ। ਤੇ ਯਾਦ ਰੱਖੀ, ਇਕੱਲੇ ਦੁੱਖਾਂ ਤੱਕ ਸੀਮਿਤ ਨਹੀਂ ਰਹਿਣੀ ਇਹ ਗੱਲ। ਤੂੰ ਕਵੇਂ ਕੋਈ ਗੱਲ ਨਹੀਂ, ਜਿੰਨਾ ਚਿਰ ਸਰੀਰ ਹੈ ਦੁੱਖ ਭੋਗ ਲਵਾਂਗੇ। ਰੋਗੀ ਵੀ ਕਈ ਦਫਾ ਕਹਿ ਦਿੰਦਾ ਜੀ ਹੁਣ ਜਿੰਨਾ ਚਿਰ ਸਾਹ ਪ੍ਰਾਣ ਚੱਲਦੇ ਨੇ ਬਿਮਾਰੀ ਤੇ ਨਾਲ ਹੀ ਰਹੇਗੀ। ਪਰ ਸਾਹਿਬ ਕਹਿੰਦੇ ਇਹ ਜਿਹੜੇ ਆਤਮਿਕ ਦੁੱਖ ਤੈਨੂੰ ਚਿੰਬੜੇ ਨੇ ਨਾ, ਇਹ ਚਾਰੇ ਯੁੱਗਾਂ ਤੱਕ ਤੇਰਾ ਭ੍ਰਮਣ ਕਰਵਾਉਣਗੇ। ਭਾਵ ਪਿੱਛੇ ਵੀ ਇਹਨਾਂ ਦੁੱਖਾਂ ਕਰਕੇ ਭਟਕਦੇ ਆਏ ਹਾਂ, ਇਸ ਤੋਂ ਅਗਾਂਹ ਇਹ ਜਨਮ ਜਦੋਂ ਬਤੀਤ ਹੋ ਜਾਏਗਾ, ਅਗਾਂਹ ਜਿਹੜੀ ਭਟਕਣਾ ਸਾਨੂੰ ਮਿਲੇਗੀ, ਜੂਨਾਂ ਦੀ ਭਟਕਣਾ,
ਵਾਰ-ਵਾਰ ਮਨੁੱਖਾ ਜਨਮ ਲੈਣੇ। ਸਹਿਬ ਪਾਤਸ਼ਾਹ ਕਹਿੰਦੇ ਇਹ ਸਾਰਿਆਂ ਦਾ ਕਾਰਨ ਕੀ ਬਣੇਗਾ? ਬਿਨ ਸਤਿਗੁਰ ਸੇਵੇ, ਗੁਰੂ ਦੇ ਘਰ ਦਰ ਦੀ ਸੇਵਾ ਕਰ। ਪਰ ਇੱਕ ਜ਼ਿਕਰ ਕਰਾਂ, ਸੇਵਾ ਕਰਦਿਆਂ ਹੋਇਆਂ ਪਾਤਸ਼ਾਹ ਇੱਕ ਵਚਨ ਕਹਿੰਦੇ ਨੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ, ਕਿ ਸੇਵਾ ਕਰਦਿਆਂ ਤੇਰੇ ਕੋਲ ਨਿਸ਼ਕਾਮਤਾ ਹੋਵੇ। ਜਦੋਂ ਸਾਹਿਬ ਸਤਿਗੁਰੂ ਪਾਤਸ਼ਾਹ ਦਾ ਇਤਿਹਾਸ ਪੜ੍ਹੀਏ ਤਾਂ ਭਾਈ ਮੰਝ ਜੀ, ਜਿਨ੍ਹਾਂ ਦਾ ਨਾਮ ਸੀ ਭਾਈ ਤੀਰਥਾ ਜੀ, ਮੰਝ ਉਹਨਾਂ ਦੀ ਗੋਤ ਤਖੱਲਸ ਸੀਗਾ, ਉਹ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਤੇ ਸਾਹਿਬ ਜੀ ਨੇ ਇਹੀ ਕਿਹਾ ਕਿ ਪੁਰਖਾ, ਜੇ ਜੀਵਨ ਦਾ ਭਲਾ ਚਾਹੁੰਦਾ ਹੈ, ਕਿ ਜਿਸ ਉਪਾਸਨਾ ਵਿੱਚ ਤੂੰ ਜੁੜਿਆ, ਤੂੰ ਕਹਿੰਦਾ ਮਹਾਰਾਜ ਸਿੱਖੀ ਦੋ, ਸਿੱਖੀ ਤੇ ਸਿੱਖੀ ਨਹੀਂ ਉਹ ਟਿਕਦੀ ਹੁੰਦੀ। ਜਿਸ ਉਪਾਸਨਾ, ਜਿਸ ਕਰਮ ਕਾਂਡ 'ਚ ਤੂੰ ਜੁੜਿਆ ਹੈ, ਉਹਨੂੰ ਢਾਹ ਦੇ, ਉਹਨੂੰ ਤਿਆਗ ਦੇ, ਉਸ ਕਰਮ ਕਾਂਡ, ਉਸ ਮੱਤ 'ਚੋਂ ਬਾਹਰ ਆ ਜਾ। ਇਹ ਘਰੇ ਗਿਆ, ਇਹਨੇ ਜਾ ਕੇ ਆਪਣੇ ਇਸ਼ਟ ਦੀਆਂ ਜੋ ਵੀ ਤਸਵੀਰਾਂ ਮੂਰਤੀਆਂ ਸਨ ਉਹਨਾਂ ਨੂੰ ਢਾਇਆ। ਲੋਕਾਂ ਨੇ ਬੜਾ ਇਹਨੂੰ ਕਿਹਾ ਕਿ ਤੂੰ ਗਲਤ ਕਰ ਰਿਹਾ। ਚੌਧਰੀ ਸੀ ਪਿੰਡ ਦਾ। ਸਾਰਾ ਕੁਝ ਜਿਹੜਾ ਸਹਿਜੇ ਸਹਿਜੇ ਖਤਮ ਹੋਣ ਲੱਗਾ ਤੇ ਆਪਾਂ ਆਮ ਹੀ ਘਬਰਾ ਜਾਂਦੇ ਆ ਕਿ ਅਸੀਂ ਜੀ ਗੁਰੂ ਘਰ ਜਿੱਦਣ ਦਾ ਜਾਣਾ ਸ਼ੁਰੂ ਕੀਤਾ, ਸਾਡੇ ਤੇ ਮੁਸੀਬਤਾਂ ਹੀ ਸ਼ੁਰੂ ਹੋ ਗਈਆਂ ਨੇ, ਸਾਨੂੰ ਤੇ ਆ ਦੁੱਖ ਆਉਣੇ ਸ਼ੁਰੂ ਹੋ ਗਏ। ਯਾਦ ਰੱਖਿਓ, ਜਿਸ ਤਰ੍ਹਾਂ ਦੀਆਂ ਕਸਵੱਟੀਆਂ ਪੁਰਾਤਨ ਗੁਰਸਿੱਖਾਂ ਤੇ ਲੱਗੀਆਂ ਨੇ, ਅਸੀਂ ਤੇ ਉਹਨਾਂ ਦੇ ਕਦੀ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ, ਪਰ ਗੁਰੂ ਥਾਪੜੇ ਦੇ ਨਾਲ ਇਹਨਾਂ ਕਸਵੱਟੀਆਂ ਤੋਂ ਪੂਰੇ ਉਤਰ ਗਏ। ਭਾਈ ਮੰਝ ਨੇ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਮੰਨਿਆ। ਜਦੋਂ ਇਹ ਸਾਰਾ ਕੁਝ ਕੀਤਾ, ਸੁਭਾਵਕ ਸੀ ਪਿੰਡ ਦੀ ਚੌਧਰਤਾਈ ਜਿਹੜੀ ਸੀ ਉਹ ਵੀ ਖਤਮ ਹੋਈ, ਨਗਰ ਦੇ ਸੁੱਖ ਖਤਮ ਹੋ ਗਏ, ਘਰ ਦੇ ਵਿੱਚ ਜੋ ਮਾਲ ਡੰਗਰ ਅਸਬਾਬ ਸੀ ਉਹ ਵੀ ਸਹਿਜੇ ਸਹਿਜੇ ਖਤਮ ਹੋ ਗਿਆ। ਹਾਲਾਤ ਜਿਹੜੇ ਸਨ ਬਿਲਕੁਲ ਗਰੀਬੀ ਦਾਅਵੇ ਤੇ ਆ ਗਏ। ਤੇ ਗੁਰੂ ਦੀਆਂ ਕਸਵੱਟੀਆਂ ਕੈਸੀਆਂ ਨੇ, ਜਦੋਂ ਗੁਰੂ ਸੇਵਾ ਲੈਂਦਾ ਹੈ। ਹਜੂਰ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਚਿੱਠੀ ਭੇਜੀ ਕਿ ਭਾਈ ਮੰਝ ਨੂੰ ਇਹ ਹੁਕਮਨਾਮਾ ਤਾਂ ਦੇਣਾ ਹੈ ਜਦੋਂ 21 ਰੁਪਏ ਉਹ ਅੱਗੋਂ ਭੇਟਾ ਰੱਖੇਗਾ। ਹੁਣ ਚਿੱਠੀ ਲਿਜਾਣ ਵਾਲੇ ਨੇ ਪਹਿਲਾਂ ਹੁਕਮ ਸੁਣਾ ਦਿੱਤਾ, ਗਰੀਬੀ ਘਰ ਦੇ ਵਿੱਚ ਹੈ, ਪਰ ਹਾਂ ਮੈਂ ਗੁਰੂ ਕਾ ਹੁਕਮ ਪ੍ਰਾਪਤ ਕਰਨਾ ਹੈ, ਜਿਵੇਂ ਕਿਵੇਂ ਪ੍ਰਾਪਤ ਹੋ ਜਾਵੇ। ਦੇਖੋ ਗੁਰਸਿੱਖੋ, ਕਿੰਨੀ ਸਾਡੇ ਤੇ ਬਖਸ਼ਿਸ਼ ਹੈ ਕਿ ਅਸੀਂ ਬੈਠੇ ਹਾਂ ਤੇ ਸਤਿਗੁਰੂ ਪਾਤਸ਼ਾਹ ਸਾਨੂੰ ਹੁਕਮ ਬਖਸ਼ਦੇ ਪਏ ਨੇ, ਪਰ ਕੋਈ ਕਸਵੱਟੀ ਨਹੀਂ ਸਾਡੇ ਤੇ ਲੱਗਦੀ ਪਈ। ਭਾਈ ਮੰਝ ਨੂੰ ਕਿਹਾ ਕਿ ਜੇ ਪ੍ਰਾਪਤ ਕਰਨਾ 21 ਰੁਪਏ ਦੇਣੇ ਪੈਣਗੇ। ਪਹਿਲੀ ਦਫਾ ਇਤਿਹਾਸ ਨੇ ਲਿਖਿਆ, ਉਹਨੇ ਆਪਣੀ ਬੱਚੀ ਧੀ ਜਿਹੜੀ ਹੈ ਕਿਸੇ ਦੇ ਘਰ ਵਿੱਚ ਸੇਵਾ ਤੇ ਉਹਨਾਂ ਦੇ ਕੰਮ ਕਾਜ ਤੇ ਲਾਈ, ਉਥੋਂ 21 ਰੁਪਏ ਪ੍ਰਾਪਤ ਕੀਤੇ ਤੇ ਗੁਰੂ ਕਾ ਹੁਕਮਨਾਮਾ ਪ੍ਰਾਪਤ ਕੀਤਾ। ਦੂਸਰੀ ਦਫਾ ਫਿਰ ਸਤਿਗੁਰਾਂ ਨੇ ਹੁਕਮਨਾਮਾ ਭੇਜਿਆ, ਫਿਰ ਉਹੀ ਸ਼ਰਤ ਰੱਖੀ 21 ਰੁਪਏ ਦਵੇਗਾ ਤਾਂ ਉਹਦੇ ਹੱਥ 'ਚ ਹੁਕਮਨਾਮਾ ਫੜਾਉਣਾ ਹੈ। ਉਹਨੇ ਫਿਰ ਆਪਣੀ ਪਤਨੀ ਨੂੰ ਕਿਸੇ ਦੇ ਘਰ ਦੇ ਕੰਮ ਕਾਜ ਸੇਵਾ ਤੇ ਲਾਇਆ, ਫਿਰ ਹੁਕਮਨਾਮਾ ਸਾਹਿਬ ਪ੍ਰਾਪਤ ਕੀਤਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਤੀਜੀ ਵਾਰ ਹੁਕਮ ਭੇਜਿਆ, ਭਾਈ ਮੰਝ ਸਾਡੇ ਕੋਲ ਆ ਜਾ, ਸੇਵਾ ਵਿੱਚ ਹਾਜ਼ਰ ਹੋ ਜਾ। ਗਰੀਬ ਨਵਾਜ ਪਾਤਸ਼ਾਹ ਦੀ ਸੇਵਾ 'ਚ ਹਾਜ਼ਰ ਹੋਇਆ। ਦਿਨ ਰਾਤ ਲੰਗਰ ਦੇ ਵਿੱਚ ਸੇਵਾ ਕਰਨੀ, ਦਿਨ ਰਾਤ ਇਸ ਸੇਵਾ ਦੇ ਵਿੱਚ ਜੁੜੇ ਰਹਿਣਾ। ਪਾਤਸ਼ਾਹ ਇੱਕ ਦਿਨ ਪੁੱਛਦੇ ਸੀ, ਪ੍ਰਸ਼ਾਦਾ ਕਿੱਥੋਂ ਛਕਦਾ? ਮਹਾਰਾਜ ਤੁਹਾਡੇ ਲੰਗਰਾਂ ਦੇ ਵਿੱਚੋਂ ਛਕਣਾ। ਸਭ ਕਹਿੰਦੇ ਨਹੀਂ, ਜਿੰਨੀ ਸੇਵਾ ਕਰਦਾ ਵਟੇ ਦੇ ਵਿੱਚ ਮੁੱਲ ਦੇ ਵਿੱਚ ਉਹਨਾਂ ਪ੍ਰਸ਼ਾਦਾ ਛਕ ਜਾਂਦਾ, ਇਹ ਤੇ ਪ੍ਰਵਾਨ ਨਹੀਂ ਹੋਏਗੀ। ਇੱਕ ਸਵੱਟੀ ਸੀ, ਇੱਕ ਗਰੀਬ ਨਵਾਜ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ। ਮਹਾਰਾਜ ਅਸੀਸ ਦਿਓ, ਇੰਜ ਨਾ ਹੋਵੇ ਅਗਾਂਹ ਤੋਂ। ਹੁਣ ਲੱਕੜਾਂ ਲੈ ਕੇ ਆਉਣੀਆਂ, ਇੱਕ ਭਰੀ ਲੰਗਰ ਵਿੱਚ ਦੇ ਦੇਣੀ, ਇੱਕ ਭਰੀ ਬਾਹਰ ਵੇਚ ਕੇ ਗੁਜ਼ਾਰਾ ਕਰ ਲੈਣਾ। ਪਰ ਅੱਜ ਕਸਵੱਟੀਆਂ ਕੈਸੀਆਂ ਲੱਗਦੀਆਂ ਨੇ, ਸ਼ਾਮ ਦਾ ਸਮਾਂ ਹੈ, ਬਹੁਤ ਮੋਲੇ ਧਾਰ ਵਰਖਾ, ਹਨੇਰੀ ਚੱਲਦੀ ਪਈ, ਹਨੇਰੀ ਦੇ ਨਾਲ ਅੱਖਾਂ ਦੇ ਵਿੱਚ ਘੱਟਾ ਪਿਆ, ਦਿਸਣਾ ਬੰਦ ਹੋਇਆ। ਤੇ ਬਾਹਰ-ਬਾਹਰ ਆਪ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ 3 ਕੁ ਮੀਲ ਜਾਓ, ਉੱਥੇ ਉਹ ਪਾਵਨ ਅਸਥਾਨ ਖੂਹ ਵੀ ਹੈ, ਖੂਹ ਭਾਈ ਮੰਝ ਜੀ ਦਾ। ਉਸ ਖੂਹ ਦੇ ਵਿੱਚ ਜਦੋਂ ਡਿੱਗਦੇ ਨੇ, ਇੱਥੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੌੜ ਕੇ ਜਾਂਦੇ ਨੇ ਤੇ ਜਾ ਕਰਕੇ ਜਦੋਂ ਰੱਸਾ ਸੁੱਟ ਕੇ ਕਹਿੰਦੇ ਨੇ, ਗੁਰਮੁਖਾ ਬਾਹਰ ਆ ਜਾ, ਤੇ ਸ਼ਬਦ ਕਹਿੰਦੇ ਨੇ, ਨਹੀਂ ਪਾਤਸ਼ਾਹ ਪਹਿਲਾਂ ਲੱਕੜਾਂ ਬਾਹਰ ਕੱਢ ਲਓ। ਗਰੀਬ ਨਵਾਜ ਸਾਹਿਬ ਜੀ ਇਹ ਜ਼ਿਆਦਾ ਜ਼ਰੂਰੀ ਹਨ, ਮੇਰੀ ਕੋਈ ਫਿਕਰ ਨਾ ਕਰੋ। ਸੋ ਖੈਰ ਪਾਤਸ਼ਾਹ ਜੀ ਨੇ ਲੱਕੜਾਂ ਖਿੱਚੀਆਂ। ਫਿਰ ਭਾਈ ਮੰਝ ਨੂੰ ਜਦੋਂ ਬਾਹਰ ਕੱਢਿਆ, ਮੈਂ ਜ਼ਿਕਰ ਕਰਾਂ, ਸਤਿਗੁਰਾਂ ਨੇ ਇੱਕ ਹੀ ਸ਼ਬਦ ਕਿਹਾ, ਮੰਝ ਕੁਛ ਮੰਗ ਲਾ। ਕਹਿੰਦੇ ਨਹੀਂ ਮਹਾਰਾਜ ਸਿੱਖੀ ਦੇ। ਫਿਰ ਕਿਹਾ ਨਹੀਂ ਕੁਛ ਹੋਰ ਮੰਗ ਲਾ। ਕਹਿੰਦਾ ਨਹੀਂ ਦਾਤਾ ਕੇਵਲ ਸਿੱਖੀ ਦੇ। ਹਾਲਾਂਕਿ ਕਿੰਨੀ ਸਿੱਖੀ ਕਮਾ ਲਈ ਹੈ, ਪਰ ਫਿਰ ਵੀ ਕਹਿ ਰਿਹਾ ਨਹੀਂ ਸਤਿਗੁਰੂ ਸਿੱਖੀ ਦੇ, ਇਸ ਤੋਂ ਵੱਧ ਕੁਛ ਨਹੀਂ ਹੈ। ਤੀਜੀ ਦਫਾ ਫਿਰ ਕਿਹਾ, ਕਹਿੰਦਾ ਨਹੀਂ ਮਹਾਰਾਜ ਕੇਵਲ ਸਿੱਖੀ ਚਾਹੀਦੀ ਹੈ। ਹਜੂਰ ਪਾਤਸ਼ਾਹ ਨੇ ਗੱਲ ਵਕੜੀ ਲਿਆ ਤੇ ਸ਼ਬਦ ਕਿਹਾ ਸੀ ਜੋ ਆਪਾਂ ਸਾਰੇ ਪੜ੍ਹਦੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਤੇ ਭਾਈ ਮੰਝ ਨੇ ਫਿਰ ਇਹ ਕਿਹਾ ਸੀ, ਮਹਾਰਾਜ ਇੱਕ ਅਰਦਾਸ ਹੈ ਕਿ ਕਿਸੇ ਤੇ ਵੀ ਐਸੀਆਂ ਕਸਵੱਟੀਆਂ ਨਾ ਲਾਇਓ, ਨਹੀਂ ਤਾਂ ਇਹ ਸੰਸਾਰ ਦੇ ਲੋਕ ਤੁਹਾਡੀਆਂ ਕਸਵੱਟੀਆਂ ਤੇ ਖਰੇ ਨਾ ਉਤਰ ਪਾਉਣਗੇ। ਸੋ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹੀ ਕਾਰਨ ਹੈ
ਜਦੋਂ ਮਾਲਕ ਤੋਂ ਟੁੱਟ ਜਾਈਏ ਫਿਰ ਦੁੱਖ ਲੱਗਦਾ ਹੈ, ਪਰ ਜਦੋਂ ਮਾਲਕ ਦੇ ਦਰ ਘਰ ਦੇ ਨਾਲ ਜੁੜ ਜਾਈਏ ਕਸਵੱਟੀਆਂ ਜ਼ਰੂਰ ਮਿਲਦੀਆਂ ਨੇ, ਪਰ ਇਹਨਾਂ ਕਸਵੱਟੀਆਂ ਨੂੰ ਦੁੱਖ ਨਾ ਕਿਓ। ਕਿਉਂਕਿ ਆਪਾਂ ਜਦੋਂ ਵੀ ਕੁਝ ਹੁੰਦਾ ਆਪਾਂ ਕਹਿੰਦੇ ਰੱਬ ਨੇ ਸਾਡੇ ਨਾਲ ਇੰਜ ਕਰਤੀ, ਪਰਮਾਤਮਾ ਨੇ ਸਾਡੇ ਨਾਲ ਇੰਜ ਕਰਤੀ। ਗੁਰਮੁਖੋ, ਜਿੰਨੀ ਵੱਡੀ ਡਿਗਰੀ ਲੈਣੀ ਹੈ ਉਨੇ ਇਮਤਿਹਾਨ ਔਖੇ ਦੇਣੇ ਪੈਂਦੇ ਨੇ। ਕੋਈ ਕਵੇ ਵੀ ਮੈਂ LLB ਕਰਨੀ ਤੇ ਪੇਪਰਾਂ ਦੇ ਵਿੱਚ ਮੈਨੂੰ ਊੜਾ ਏੜਾ ਲਿਖਣ ਵਾਸਤੇ ਆ ਜੇ, ਇਹ ਨਹੀਂ ਹੋਵੇਗਾ। ਜਿੰਨੀ ਉੱਚੇ ਮੁਕਾਮ ਹਾਸਲ ਕਰਨੇ ਨੇ, ਜੀਵਨ ਮੁਕਤ ਅਵਸਥਾ ਲੈਣੀ, ਮਾਲਕ ਅੰਦਰ ਅਭੇਦ ਹੋਣਾ ਹੈ, ਤਾਂ ਉਨੀਆਂ ਕਸਵੱਟੀਆਂ ਦੇ ਵਿੱਚੋਂ ਗੁਜ਼ਰਨਾ ਪਏਗਾ। ਸੋਨਾ ਤਾਂ ਹੀ ਸ਼ੁੱਧ ਹੋਏਗਾ ਜੇ ਉਹ ਆਪਣੇ ਆਪ ਨੂੰ ਭੱਠੀ ਦੇ ਵਿੱਚ ਤਾ ਦੇਵੇਗਾ। ਇਸ ਲਈ ਸਾਹਿਬ ਪਾਤਸ਼ਾਹ ਕਹਿੰਦੇ ਤੇਰੀ ਭਟਕਣਾ ਤਾਂ ਹੈ, ਤੂੰ ਚਾਰੇ ਯੁੱਗਾਂ ਤੱਕ ਤਾਂ ਭਰਮਦਾ ਫਿਰਦਾ ਹੈ, ਕਿਉਂਕਿ ਤੂੰ ਆਪਣੇ ਮਾਲਕ ਦੇ ਘਰ ਦੀ ਨਾ ਸੇਵਾ ਕਰਦਾ ਹੈ ਤੇ ਨਾ ਉਸ ਮਾਲਕ ਨੂੰ ਚਿੰਤਨ ਵਿੱਚ ਉਤਾਰ ਕੇ ਉਹਦਾ ਸਿਮਰਨ ਕਰਦਾ ਹੈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ 부ਝਾਈ। ਤੇ ਮਹਾਰਾਜ ਜੀ ਫਿਰ ਅਰਦਾਸ ਕਿਵੇਂ ਕਰੀਏ? ਤਾਂ ਗੁਰੂ ਅਮਰਦਾਸ ਮਹਾਰਾਜ ਸਿਖਾਉਂਦੇ, ਗੁਰੂ ਦੇ ਦਰ ਤੇ ਆਈ ਹੱਥ ਜੋੜ ਕੇ ਕਈ ਪਾਤਸ਼ਾਹ ਹਮ ਦੀਨ, ਅਸੀਂ ਦੀਨ ਹਾਂ, ਗਰੀਬ ਹਾਂ। ਤੇ ਸਾਹਿਬ ਪਾਤਸ਼ਾਹ ਤੁਮ ਜੁਗ ਜੁਗ ਦਾਤੇ, ਤੂੰ ਕੱਲਾ ਅੱਜ ਤੋਂ ਦਾਤਾ ਨਹੀਂ, ਤੂੰ ਜੁਗਾਂ ਜੁਗਾਂਤਰਾਂ ਤੋਂ ਹੀ ਦਾਤਾ ਹੈ। ਜਦੋਂ ਦੀ ਇਹ ਸ੍ਰਿਸ਼ਟੀ, ਇਹ ਧਰਤੀ ਬਣੀ ਹੈ, ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੇਂਦਾ ਦੇ ਲੈਂਦੇ ਥੱਕ ਪਾਏ। ਤੂੰ ਜੁਗਾਂ ਜੁਗਾਂਤਰਾਂ ਤੋਂ ਦੇ ਰਿਹਾ, ਅਸੀਂ ਦਾਤਾਂ ਲੈਣ ਵਾਲੇ ਥੱਕ ਜਾਂਦੇ, ਸੰਸਾਰ ਤੋਂ ਤੁਰ ਜਾਂਦੇ, ਪਰ ਤੇਰੀਆਂ ਦਾਤਾਂ, ਤੇਰੇ ਭੰਡਾਰੇ, ਤੇਰੇ ਖਜ਼ਾਨੇ ਅਟੁੱਟ ਹਨ। ਇਸ ਲਈ ਅਰਦਾਸ ਇੰਜ ਕਰੋ, ਪਾਤਸ਼ਾਹ ਅਸੀਂ ਜੁਗਾਂ ਜੁਗਾਂਤਰਾਂ ਤੋਂ ਦੀਨ ਹਾਂ ਤੇ ਤੂੰ ਜੁਗਾਂ ਜੁਗਾਂਤਰਾਂ ਤੋਂ ਦਾਤਾ ਹੈ। ਪਰ ਅੱਜ ਅਸੀਂ ਤੇਰੇ ਦਰ ਤੇ ਇਹ ਨਹੀਂ ਕਹਿੰਦੇ ਸਾਨੂੰ ਪਦਾਰਥ ਦੇ, ਇਹ ਤਾਂ ਮਹਾਰਾਜ ਜੀ ਜਦੋਂ ਰੁੱਖ ਮੰਗ ਲਈਏ ਫਿਰ ਪੱਤੇ, ਫਲ, ਟਾਹਣੀਆਂ, ਫੁੱਲ ਸਾਰਾ ਕੁਝ ਵਿੱਚ ਆ ਜਾਂਦਾ ਹੈ। ਅੱਜ ਤੇਰੇ ਦਰ ਤੋਂ ਮੰਗਦੇ ਸ਼ਬਦੇ ਦੇਹ 부ਝਾਈ। ਸਾਹਿਬ ਪਾਤਸ਼ਾਹ ਸਾਨੂੰ ਸ਼ਬਦ ਦੀ ਸੋਝੀ ਦੇ। ਤੇ ਸ਼ਬਦ ਦੀ ਸੋਝੀ ਕੀ ਹੈ? ਕਿ ਅਸੀਂ ਕੇਵਲ ਇਹਨਾਂ ਨੇਤਰਾਂ ਦੇ ਨਾਲ ਸ਼ਬਦ ਦੇ ਦੀਦਾਰ ਕਰਕੇ ਇਸ ਰਸਨਾ ਦੇ ਨਾਲ ਉਚਾਰਨ ਕਰਨਾ, ਇੱਥੋਂ ਤੱਕ ਨਹੀਂ ਮਹਾਰਾਜ, ਇਹਨਾਂ ਕੁ ਤੇ ਤੁਹਾਡੀ ਕਿਰਪਾ ਨਾਲ ਕਰ ਪਾਉਂਦੇ ਆ, ਪਰ ਇਸ ਤੋਂ ਅੱਗੇ ਸਾਨੂੰ ਸ਼ਬਦ ਦਾ ਗਿਆਤ ਦੇ। ਸ਼ਬਦ ਸਾਨੂੰ ਕਹਿ ਕੀ ਰਿਹਾ, ਅਸੀਂ ਸ਼ਬਦ ਨੂੰ ਕਮਾਉਣਾ ਕਿਵੇਂ, ਅਸੀਂ ਸ਼ਬਦ ਦੇ ਵਿੱਚ ਸਮਾਉਣਾ ਕਿਵੇਂ, ਅਸੀਂ ਸ਼ਬਦ ਦੇ ਵਿੱਚ ਅਭੇਦ ਕਿਵੇਂ ਹੋਣਾ ਹੈ। ਸੋ ਮਹਾਰਾਜ ਇੱਕ ਇਹ ਸ਼ਬਦ ਜੋ ਤੇਰਾ ਸਾਨੂੰ ਸ਼ਬਦ ਮੁੱਖ ਵਾਕ ਰੂਪ ਅੰਦਰ ਪ੍ਰਾਪਤ ਹੁੰਦਾ ਹੈ, ਇੱਕ ਤੇਰਾ ਉਹ ਸ਼ਬਦ ਜੋ ਕਣ ਕਣ ਦੇ ਅੰਦਰ ਗੂੰਜਦਾ ਹੈ, ਜਿਹਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਹਰ ਹੱਟ ਪੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ, ਸ਼ਬਦੇ ਦੇ 부ਝਾਈ। ਸਾਨੂੰ ਕਣ ਕਣ ਦੇ ਵਿੱਚੋਂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਅਸੀਂ ਉਸ ਅਨਹਦ ਨਾਦ ਨੂੰ ਸੁਣ ਸਕੀਏ। ਤੈਨੂੰ ਕਣ ਕਣ ਦੇ ਅੰਦਰ, ਤੈਨੂੰ ਇਹਨਾਂ ਫਿਜ਼ਾਵਾਂ ਦੇ ਵਿੱਚ, ਤੈਨੂੰ ਇਹਨਾਂ ਹਵਾਵਾਂ ਦੇ ਵਿੱਚ ਅਸੀਂ ਸੁਣ ਸਕੀਏ। ਸਾਨੂੰ ਸ਼ਬਦ ਦੀ ਇਹ ਸੋਝੀ ਦੇਣੀ ਕਰ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਐ ਹਰੀ ਪਰਮਾਤਮਾ ਸਾਡੇ ਤੇ ਕਿਰਪਾ ਕਰ। ਤੁਮ ਪਿਆਰੇ, ਤੂੰ ਸਾਡਾ ਪਿਆਰਾ ਹੈ। ਤੇ ਪਿਆਰਿਆਂ ਕੋਲ ਵੀ ਦਾਤਾਂ ਮੰਗੀਆਂ ਜਾਂਦੀਆਂ ਨੇ, ਕਦੀ ਬਗਾਨਿਆਂ ਤੋਂ ਥੋੜੀ ਆਪਾਂ ਕੁਝ ਮੰਗਦੇ ਆ। ਤੇ ਫਿਰ ਜਦੋਂ ਸੰਸਾਰ 'ਚ ਵੀ ਮੰਗਦੇ ਆ, ਬੜੇ ਲੋਕ ਆਪਾਂ ਨੂੰ ਜਾਣਦੇ ਹੁੰਦੇ ਨੇ, ਕੰਟੈਕਟ ਲਿਸਟ ਦੇ ਨਾਲ ਫੋਨ ਭਰੇ ਹੁੰਦੇ। ਜਦੋਂ ਕੋਈ ਲੋੜ ਪੈਂਦੀ ਆਪਾਂ ਕਹਿੰਦੇ ਫਲਾਣਾ ਸੇ ਉਹਨੂੰ ਫੋਨ ਲਾਓ, ਕਿਉਂ? ਉਹ ਆਪਣਾ ਬੜਾ ਪਿਆਰਾ ਹੈ, ਬੜਾ ਪਿਆਰ ਕਰਦਾ, ਹਿੱਤ ਕਰਦਾ ਸਾਡੇ ਨਾਲ, ਉਹ ਸਾਥੀ ਹੈ ਸਾਡਾ, ਉਹ ਨੇਹ ਕਰਦਾ, ਸਨੇਹ ਕਰਦਾ, ਆਪਾਂ ਉਹਦੇ ਤੱਕ ਗੱਲ ਕਰਦੇ ਆ। ਲੋਕੀ ਤਾਂ ਬਹੁਤ ਜਾਣਦੇ ਹੁੰਦੇ ਨੇ। ਇਸ ਤਰ੍ਹਾਂ ਪਾਤਸ਼ਾਹ ਤੂੰ ਸਾਡਾ ਅਤੀ ਪਿਆਰਾ ਹੈ, ਇਸ ਕਰਕੇ ਤੇਰੇ ਦਰ ਤੇ ਇਹ ਅਰਦਾਸ ਕਰਦੇ ਪਏ ਆ। ਸੰਸਾਰ ਕੋਲ ਇਹ ਚੀਜ਼ ਹੈ ਹੀ ਨਹੀਂ, ਸੰਸਾਰ ਤੇ ਆਪ ਇਸ ਮੰਗ ਤੋਂ ਸਖਣਾ ਹੈ। ਤੇਰੇ ਦਰ ਤੇ ਅਰਦਾਸ ਕਰਦੇ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰੂ, ਸਾਡੇ ਤੇ ਇੱਕ ਕਿਰਪਾ ਕਰ ਦੇਣੀ ਕਰ। ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਹੈ, ਸਹਿਬ ਅਕਾਲ ਪੁਰਖ ਪਾਤਸ਼ਾਹ ਤੂੰ ਇਹ ਮਨੁੱਖਾ ਦੇਹੀ ਦੇ ਕਰਕੇ ਸੰਸਾਰ ਤੇ ਭੇਜ ਦਿੱਤਾ, ਸਾਡੇ ਕਰਮਾਂ ਅਨੁਸਾਰ ਸਾਨੂੰ ਪ੍ਰਾਲਬਧ ਬਖਸ਼ ਦਿੱਤੀ। ਪਰ ਮਾਲਕ ਜੀ ਹੁਣ ਸਾਡੇ ਤੇ ਕਿਰਪਾ ਕਰ, ਸਾਨੂੰ ਪੂਰਾ ਗੁਰੂ ਬਖਸ਼ ਦੇ, ਸਾਨੂੰ ਪੂਰੇ ਗੁਰੂ ਦੇ ਲੜ ਲਾ ਦੇ। ਅਸੀਂ ਢੂੰਡ ਭਾਲ ਦੇ ਵਿੱਚ ਫਿਰਦੇ ਹਾਂ, ਦਾਤਾ ਤੇਰੇ ਦਰ ਦੇ ਮੰਗਤੇ ਬਣੇ ਹਾਂ, ਤੇ ਕਿਰਪਾ ਕਰ ਇਹਨਾਂ ਮੰਗਤਿਆਂ ਨੂੰ ਕਿਸੇ ਪੂਰੇ ਦਰ ਦੇ ਉੱਤੇ ਜਾ ਕਰਕੇ ਬਿਠਾ ਦੇ। ਤੇ ਇਸ ਦਰ ਦੀ ਜਿਨ੍ਹਾਂ ਨੂੰ ਸੋਝੀ ਆ ਗਈ, ਦੁਨੀਆ ਤੇ ਬੜੇ ਲੋਕ ਨੇ ਜਿਹੜੇ ਇਸ ਦਰ ਨੂੰ ਛੱਡ ਕੇ ਵੀ ਤੁਰ ਜਾਂਦੇ ਨੇ, ਬੜੇ ਨੇ ਜਿਹੜੇ ਸ਼ਾਇਦ ਛੱਡਣ ਵਾਸਤੇ ਤਿਆਰ ਵੀ ਹੋਣਗੇ,
कि मेरी फलाने गुरु घरों पूरी नहीं पई, मेरी इस गुरु घरों पूरी नहीं पई, मैं हुण फलानी थां ते दीवे जगावांगा, फलानी थां ते मड़ियां कबरां नूं मत्था टेकांगा। पर याद रखियो, जिस दी इस दर ते भावना टिक गई ਉਹਨੂੰ ਫਿਰ ਭਗਤ ਸਾਹਿਬ ਜੀ ਇੱਕ ਬਚਨ ਕਹਿੰਦੇ ਨੇ, ਕਬੀਰ ਜਿਹ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿਹਨੂੰ ਇਸ ਦਰ ਦੀ ਸੋਝੀ ਆ ਗਈ ਕਿ ਇਹ ਕਿੰਨਾ ਵੱਡਾ ਦਰ ਹੈ, ਇੱਥੇ ਸਾਰੀਆਂ ਝੋਲੀਆਂ ਭਰਦੀਆਂ, ਜਿਹਦੀ ਇਸ ਪੰਕਤੀ ਦੇ ਉੱਤੇ ਸੁਰਤ ਟਿਕ ਗਈ ਕਿ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਿ ਤੇਰੇ ਘਰ ਵਿੱਚ ਕੀ ਨਹੀਂ ਹੈਗਾ। ਪਰ ਹਾਂ, ਸਾਨੂੰ ਭਿਖਾਰੀਆਂ ਨੂੰ ਸ਼ਾਇਦ ਮੰਗਣਾ ਨਹੀਂ ਆਉਂਦਾ। ਭਿਖਾਰੀ ਤੋਂ ਇੱਕ ਛੋਟੀ ਜਿਹੀ ਕਹਾਣੀ ਮੇਰੇ ਖਿਆਲ ਆਉਂਦੀ। ਇੱਕ ਦਫਾ ਇੱਕ ਭਿਖਾਰੀ ਮੰਗਦਾ ਮੰਗਦਾ ਦੁਨੀਆ ਦੇ ਵਿੱਚ ਥੱਕ ਗਿਆ। ਖਿਆਲ ਆਇਆ ਅੱਜ ਕਿਸੇ ਰਾਜੇ ਦੇ ਕੋਲ ਚੱਲਦੇ ਆ। ਦੁਨੀਆ ਦੇ ਦਰਵਾਜ਼ੇ ਬੜੇ ਖੜਕਾ ਲਏ ਨੇ। ਅੱਜ ਹੁਲੀਆ ਲਿਬਾਸ ਜਿਹੜਾ ਸੀ ਉਹ ਬਿਲਕੁਲ ਪਾਟੇ ਕੱਪੜੇ ਪਾਏ ਨੇ, ਬਿਲਕੁਲ ਆਪਣਾ ਸਰੀਰ ਜਿਹੜਾ ਹੈ ਉਹ ਮੈਲਾ ਕੁਚੈਲਾ ਹੈ, ਪਹਿਲਾਂ ਹੀ ਕੁਝ ਹੋਰ ਕਰ ਲਿਆ, ਹੱਥ ਵਿੱਚ ਕਟੋਰਾ ਫੜਿਆ, ਰਾਜੇ ਦੇ ਦਰਬਾਰ ਦੇ ਬਾਹਰ ਮੁੱਖ ਦਰਵਾਜ਼ੇ ਤੇ ਖੜਾ ਹੋ ਗਿਆ। ਅੱਜ ਰਾਜਾ ਜਦੋਂ ਬਾਹਰ ਨਿਕਲਿਆ, ਉਹਨੇ ਇਸ ਭਿਖਾਰੀ ਦੇ ਵੱਲ ਦੇਖਿਆ, ਇਹ ਬਿਲਕੁਲ ਚੁੱਪ ਖੜਾ ਹੈ, ਇਹਦੇ ਹੱਥ 'ਚ ਕਟੋਰਾ ਹੈ, ਤੇ ਰਾਜਾ ਇਹਨੂੰ ਪੁੱਛਦਾ ਤੂੰ ਕੌਣ ਹੈ। ਜਦੋਂ ਇਹ ਸ਼ਬਦ ਕਿਹਾ ਤੇ ਬੜਾ ਮੁਸਕਰਾ ਕੇ ਜਿਹਾ ਰਾਜੇ ਵੱਲ ਦੇਖਣ ਲੱਗਾ। ਜਦੋਂ ਉਹਨੇ ਕਿਹਾ ਤੂੰ ਕੌਣ ਹੈ, ਕਾਹਦੇ ਵਾਸਤੇ ਆਇਆ, ਕਹਿੰਦਾ ਰਾਜਾ ਕਮਾਲ ਦੀ ਗੱਲ ਹੈ, ਤੈਨੂੰ ਮੇਰਾ ਹੁਲੀਆ ਨਹੀਂ ਦੱਸਦਾ ਪਿਆ ਕਿ ਮੈਂ ਭਿਖਾਰੀ ਹਾਂ। ਮੇਰਾ ਤੇ ਹੁਲੀਆ ਹੀ ਦੱਸਦਾ ਪਿਆ ਨਾ ਮੈਂ ਭਿਖਾਰੀ ਹਾਂ, ਤੈਨੂੰ ਤੇ ਪੁੱਛਣ ਦੀ ਲੋੜ ਹੀ ਨਹੀਂ। ਦੂਜੀ ਗੱਲ ਇਹ ਹੈ, ਤੂੰ ਪੁੱਛਦਾ ਕਾਹਦੇ ਵਾਸਤੇ ਆਇਆ। ਭਿਖਾਰੀ ਕਦੀ ਰਾਜ ਭਾਗ ਲੈਣ ਥੋੜ੍ਹੀ ਆਉਂਦੇ ਨੇ, ਭਿਖਾਰੀ ਤੇ ਸਿਰਫ ਜੀਵਨ ਦੇ ਗੁਜ਼ਰਾਨ ਦੀਆਂ ਲੋੜਾਂ ਵਾਸਤੇ ਚੀਜ਼ਾਂ ਲੈਣ ਆਉਂਦੇ ਨੇ। ਤੈਨੂੰ ਪੁੱਛਣ ਦੀ ਲੋੜ ਨਹੀਂ, ਮੇਰਾ ਹੁਲੀਆ ਦੱਸਦਾ ਮੈਂ ਭਿਖਾਰੀ ਹਾਂ। ਰਾਜੇ ਨੇ ਬੇਅੰਤ ਵਸਤੂਆਂ ਇਹਦੀ ਝੋਲੀ 'ਚ ਪਾ ਕੇ ਖਜ਼ਾਨੇ 'ਚੋਂ ਇਹਨੂੰ ਮਾਲਾ ਮਾਲ ਕਰ ਦਿੱਤਾ। ਕਹਿੰਦਾ ਅੱਜ ਤੋਂ ਮੰਗਣ ਦੀ ਲੋੜ ਹੀ ਨਹੀਂ ਪਏਗੀ। ਉਹ ਕਹਾਣੀਕਾਰ ਬੜੀ ਸੋਹਣੀ ਗੱਲ ਲਿਖਦਾ, ਸਿੱਖਾ ਗੁਰੂ ਦੇ ਦਰ ਜਦੋਂ ਆਵੇਂ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਮੈਂ ਕੌਣ ਆ। ਗੁਰੂ ਨੂੰ ਪਤਾ ਹੈ ਕਿ ਤੂੰ ਇਸ ਦਰ ਦਾ ਮੰਗਤਾ ਹੈ, ਤੂੰ ਇਸ ਦਰ ਦਾ ਜਾਚਕ ਹੈ। ਬਸ ਤੂੰ ਇੰਨਾ ਕਹਿ ਦਿਆ ਕਰ, ਹਮ ਭਿਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਕਿ ਐ ਸਤਿਗੁਰੂ ਪ੍ਰਭ ਤੁਧ ਨੂੰ ਛੋੜ ਜਾਈਏ ਕਹਿ ਧਰ। ਮਾਲਕਾ ਤੇਰੇ ਦਰ ਨੂੰ ਛੱਡ ਕੇ ਅਸੀਂ ਜਾਈਏ ਕਿੱਥੇ, ਕਿਉਂਕਿ ਸਾਡੇ ਵਾਸਤੇ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਦੁਨੀਆ ਨੂੰ ਦਰ ਬਥੇਰੇ ਹੋਣਗੇ, ਦੁਨੀਆ ਨੂੰ ਆਸਾਂ ਬਥੇਰੀਆਂ ਹੋਣਗੀਆਂ, ਪਰ ਭਾਈ ਲਹਿਣਾ ਨੇ ਕਿਹਾ ਸੀ ਬਾਬਾ ਨਾਨਕ ਜੇ ਤੂੰ ਕਹਿੰਦਾ ਲੈਣਿਆ ਤੂੰ ਕਿਉਂ ਨਹੀਂ ਪਿਛਾਂ ਮੁੜਿਆ। ਮਹਾਰਾਜ ਜਿਹੜੇ ਪਿਛਾਂ ਮੁੜ ਗਏ ਇਹਨਾਂ ਦੇ ਮਗਰ ਹੋਣਗੇ ਕੋਈ, ਮੇਰਾ ਤੇ ਤੇਰੇ ਬਿਨਾਂ ਹੈ ਹੀ ਕੋਈ ਨਹੀਂ। ਕਿਸ ਹੀ ਕੋਈ ਕੋਏ ਮੰਝ ਨੇ ਮਾਣੀ ਇੱਕ ਤੂੰ, ਮਾਲਕਾ ਮੇਰਾ ਤਾਂ ਸਿਰਫ ਤੂੰ ਹੀ ਹੈ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ, ਗੁਰੂ ਅੱਗੇ ਅਰਦਾਸ ਕਰ, ਇਹ ਅਕਾਲ ਪੁਰਖ ਪਾਤਸ਼ਾਹ ਸਾਨੂੰ ਭਟਕਦਿਆਂ ਨੂੰ ਡੋਲਦਿਆਂ ਨੂੰ ਪੂਰਾ ਗੁਰੂ ਮਿਲਾ ਦੇਣਾ ਕਰ, ਤੇ ਪੂਰੇ ਗੁਰੂ ਦੇ ਦਰ ਘਰ ਤੋਂ ਫਿਰ ਅਰਦਾਸ ਕਰਾਂਗੇ, ਹਰ ਨਾਮ ਦੇਵੋ ਆਧਾਰੇ। ਸਾਹਿਬ ਪਾਤਸ਼ਾਹ ਸਾਡੀ ਜ਼ਿੰਦਗੀ ਦਾ ਜਿਹੜਾ ਆਸਰਾ ਨਾਮ ਹੈ, ਇਹ ਪਦਾਰਥ ਨਹੀਂ, ਕਿਉਂਕਿ ਇਸ ਨਾਮ ਦੇ ਆਸਰੇ ਤੇ ਹੀ ਅਸੀਂ ਮਾਤ ਗਰਭ ਦੇ ਵਿੱਚ ਬਚ ਕੇ ਆ ਗਏ। ਜਦੋਂ ਬਾਣੀ ਦੇ ਬਚਨ ਪੜ੍ਹਦੇ ਹੋ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਕਿ ਮਹਾਰਾਜ ਉੱਥੇ ਤੂੰ ਸਾਨੂੰ ਨਾਮ ਦਿੱਤਾ, ਸਿਮਰਨ ਦਿੱਤਾ, ਅਸੀਂ ਉਸ ਮਾਤ ਗਰਭ ਦੀ ਅਗਨੀ ਤੋਂ ਬਚ ਗਏ। ਇਸ ਸੰਸਾਰ ਦੇ ਵਿਸ਼ਿਆਂ ਦੀ ਅੱਗ ਵਿੱਚ ਵੀ ਅਰਦਾਸ ਕਰਦੇ ਹਾਂ, ਹਰ ਨਾਮ ਦੇਵੋ ਆਧਾਰੇ, ਸਾਨੂੰ ਨਾਮ ਦਾ ਆਸਰਾ ਦੇਣਾ ਕਰ। ਰਹਾਉ ਠਹਿਰਾਓ ਦੇ ਕਰਕੇ ਸਾਹਿਬ ਅਸੀਸ ਦਿੰਦੇ ਹਨ। ਮਨਸਾ ਮਾਰ ਦੁਬਿਧਾ ਸਹਿਜ ਸਮਾਨੀ, ਪਾਇਆ ਨਾਮ ਅਪਾਰਾ। ਜਿਨ੍ਹਾਂ ਤੇ ਗੁਰੂ ਨੇ ਫਿਰ ਤਰਸ ਕਰ ਦਿੱਤਾ ਹੈ, ਕਿਉਂਕਿ ਇਹ ਗੁਰ ਪ੍ਰਸਾਦ ਹੈ। ਜਿਹੜੇ ਇਸ ਗੁਰੂ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਉਹਨਾਂ ਦੇ ਮਨ ਦੀਆਂ ਅੰਦਰੀਆਂ ਜਿਤਨੇ ਮਨ ਦੇ ਫੁਰਨੇ ਵਕਾਰ ਜਾਂ ਮਨ ਦੀਆਂ ਤ੍ਰਿਸ਼ਨਾ ਆਦਿਕ ਹਨ, ਉਹ ਮਰ ਗਈਆਂ। ਦੁਬਿਧਾ ਸਹਿਜ ਸਮਾਨੀ, ਦਵੈਤ ਭਾਵਨਾ ਅੰਦਰੋਂ ਖਤਮ ਹੋ ਗਈ। ਦੁਬਿਧਾ ਕੀ ਹੈ, ਜਿਹਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਦੁਬਿਧਾ ਬੌਰੀ ਮਨ ਬੌਰਾਇਆ, ਕਿ ਦੁਬਿਧਾ ਆਪ ਵੀ ਬੌਰੀ ਹੈ, ਬੌਰਾਪਨ ਹੈ ਇਹਦੇ ਵਿੱਚ। ਜਿਹੜਾ ਇਹਦੇ ਨਾਲ ਜੁੜ ਗਿਆ, ਜਿਵੇਂ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ, ਇਹ ਸਾਰਾ ਕੁਝ ਦੁਬਿਧਾ ਕੀ ਹੈ। ਕਦੀ ਲੱਗਦਾ ਸੰਸਾਰ ਸੱਚ ਹੈ, ਕਦੀ ਲੱਗਦਾ ਕਰਤਾਰ ਸੱਚ ਹੈ। ਇਹ ਖੜੀਆਂ ਇਮਾਰਤਾਂ ਨੂੰ ਦੇਖ ਕੇ ਲੱਗਦਾ ਜੁੱਗਾਂ ਤੋਂ ਖੜੀਆਂ, ਕੌਣ ਕਹਿੰਦਾ ਸੰਸਾਰ ਨਾਸ਼ਵਾਨ ਹੈ, ਨਹੀਂ ਤੇ ਸੱਚ ਪ੍ਰਤੀਤ ਹੁੰਦਾ ਪਿਆ। ਪਰ ਜਦੋਂ ਕਿਤੇ ਆਤਮ ਗਿਆਨ ਦੀ ਵਿਚਾਰ ਕਰੀਏ, ਉਦੋਂ ਸਮਝ ਆਉਂਦੀ ਨਹੀਂ, ਇਹ ਸਾਰਾ ਕੁਝ ਬਿਨਸਿਆ ਬਿਨਸਦਾ ਬਿਨਸ ਜਾਏਗਾ, ਕੇਵਲ ਕਰਤਾਰ ਸੱਚ ਹੈ।
ਸੋ ਹਜੂਰ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੀ ਦੁਬਿਧਾ ਖਤਮ ਹੋਈ, ਸਹਿਜ ਦੇ ਅੰਦਰ ਸਮਾ ਗਈ ਤੇ ਪਾਇਆ ਨਾਮ ਅਪਾਰਾ। ਉਹਨਾਂ ਨੇ ਅਪਾਰ ਨਾਮ, ਵੈਸੇ ਤੇ ਨਾਮ 'ਚ ਇੰਨੀ ਸਮਰੱਥਾ ਹੈ। ਸੈਵਕ ਬਚਨ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਿਨਕਾ ਮਾਤਰ ਜੀ ਦੇ ਹਿਰਦੇ 'ਚ ਵਸ ਗਿਆ, ਉਹੀ ਕਥਨ ਕਹਿਣ ਤੋਂ ਪਰੇ ਹੋ ਜਾਂਦਾ ਹੈ। ਪਰ ਜਿਨ੍ਹਾਂ ਤੇ ਤਰਸ ਆ ਗਿਆ ਮਾਲਕ ਦਾ, ਉਹਨਾਂ ਨੇ ਇਸ ਨਾਮ ਦੇ ਅਥਾਹ ਖਜ਼ਾਨੇ ਅਪਾਰ ਨਾਮ ਪ੍ਰਾਪਤ ਕਰ ਲਿਆ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਬਿਖ ਕਾਟਨ ਹਾਰਾ। ਜਿਨ੍ਹਾਂ ਨੇ ਚੱਖ ਲਿਆ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਜਿਹੜਾ ਉਹ ਨਿਰਮਲ ਹੋ ਗਿਆ। ਇਹ ਹਰੀ ਦਾ ਨਾਮ ਰਸ ਹੈ, ਇਹਨੂੰ ਵਿਰਲਾ ਵਿਰਲਾ ਚੱਖਦਾ ਹੈ। ਬਾਕੀ ਸੰਸਾਰ ਦੇ ਰਸ ਤੇ ਸਾਰੀ ਦੁਨੀਆ ਚੱਖਦੀ ਹੈ, ਪਰ ਯਾਦ ਰੱਖਿਓ ਜਿੰਨਾ ਚਿਰ ਇਹਨਾਂ ਰਸਾਂ ਵਿੱਚ ਪਏ ਆ ਉਹਨਾਂ ਚਿਰ ਨਾਮ ਰਸ ਨਹੀਂ ਆਏਗਾ। ਸਹਿਬ ਬਾਣੀ 'ਚ ਇੱਕ ਬਚਨ ਕਹਿੰਦੇ ਇਹ ਰਸ ਛਾੜੇ ਉਹ ਰਸ ਆਵਾ। ਜਦੋਂ ਇਹ ਰਸ ਛੱਡਾਂਗੇ ਉਦੋਂ ਉਹ ਰਸ ਆਏਗਾ। ਜ਼ੁਬਾਨ ਨੂੰ ਖਾਣ ਦਾ ਰਸ ਹੈ, ਜ਼ੁਬਾਨ ਨੂੰ ਨਿੰਦਾ ਦਾ ਰਸ ਹੈ, ਜ਼ੁਬਾਨ ਨੂੰ ਕੌੜੇ ਬੋਲਾਂ ਦਾ ਰਸ ਹੈ, ਕਿਉਂਕਿ ਇਹ ਸਾਰੇ ਰਸ ਇਸ ਜ਼ੁਬਾਨ ਤੇ ਜੁੜੇ ਨੇ। ਕੌੜਾ ਬੋਲਣ ਵਾਲਿਆਂ ਦਾ ਇਹ ਸੁਭਾਅ ਬਣ ਜਾਂਦਾ ਹੈ, ਜਿੰਨਾ ਚਿਰ ਦਿਨ ਵਿੱਚ ਜਾਂ ਦਿਨ ਚੜ੍ਹਦੇ ਨਾਲ ਕਿਸੇ ਨੂੰ 5-7 ਵਾਰ ਕੌੜਾ ਬੋਲ ਨਾ ਲੈਣ, ਉਹ ਕਹਿੰਦੇ ਨਹੀਂ ਗੱਲ ਬਣੀ ਨਹੀਂ ਅੱਜ, ਮੈਨੂੰ ਉਹਨਾਂ ਚਿਰ ਕੋਈ ਚੈਨ ਜਿਹਾ ਨਹੀਂ ਆਉਂਦਾ ਜਿੰਨਾ ਚਿਰ ਕਿਸੇ ਤੇ ਰੋਹਬ ਨਾ ਮਾਰ ਲਈਏ। ਇੱਕ ਜ਼ੁਬਾਨ ਦਾ ਰਸ ਹੈ। ਤਾਂ ਸਹਿਬ ਪਾਤਸ਼ਾਹ ਕਹਿੰਦੇ ਹਰ ਰਸ ਚਾਖ ਮਨ ਨਿਰਮਲ ਹੋਆ। ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਰੋਜ਼ਾਨਾ ਸਿੱਖ ਨੂੰ ਕਿ ਆਪਣੀ ਰਸਨਾ ਤੋਂ ਪੁੱਛਿਆ ਕਰ, ਇਹਨੂੰ ਹਲੂਣਾ ਦਿਆ ਕਰ ਆਪਣੇ ਸਾਹਮਣੇ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਕਿ ਰਸਨਾ ਜਿੰਨੇ ਮਰਜੀ ਰਸ ਸੰਸਾਰ ਦੇ ਚੱਖ ਲਾ, ਪਰ ਯਾਦ ਰੱਖੀ ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਨਾਮ ਰਸ ਤੇਰੇ ਪੱਲੇ ਨਹੀਂ ਆਏਗਾ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਕਦੀ ਨਹੀਂ ਬੁਝੇਗੀ। ਤਾਂ ਸਾਹਿਬ ਕਹਿੰਦੇ ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਵਿਖ ਕੱਟਨ ਹਾਰਾ। ਮਾਲਕ ਦਾ ਨਾਮ ਜਿਹੜਾ ਉਹ ਸਾਰੇ ਦੁੱਖ ਪਾਪ ਕਿਲਵਿਖ ਆਦਿਕ ਜਿਹੜੇ ਹਨ ਇਹਨਾਂ ਨੂੰ ਕੱਟਣ ਵਾਲਾ ਹੈ, ਇਹਨਾਂ ਨੂੰ ਸਾੜਨ ਵਾਲਾ ਹੈ। ਸ਼ਬਦ ਮਰੋ ਫਿਰ ਜੀਵੋ ਸਦਹੀ, ਤਾ ਫਿਰ ਮਰਨ ਨਾ ਹੋਈ। ਸਹਿਬ ਸਾਨੂੰ ਇੱਕ ਹਲੂਣਾ ਦੇ ਕੇ ਕਹਿੰਦੇ ਇਹ ਸੰਸਾਰ ਦੇ ਲੋਕੋ ਜਿਤਨੇ ਵੀ ਆਪਾਂ ਸੰਸਾਰ ਤੇ ਆਏ ਆ, ਦੇਖੋ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਸਾਰਿਆਂ ਨੇ ਸੰਸਾਰ ਤੋਂ ਇੱਕ ਦਿਨ ਤੁਰਨਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਅੱਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜਾਣਾ ਸਾਰਿਆਂ ਨੇ ਹੈ। ਸਾਨੂੰ ਵੀ ਪਤਾ ਸੀ ਸੰਸਾਰ ਤੋਂ ਤੁਰਨਾ ਹੈ, ਬੱਚੇ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ। ਪਰ ਇੱਕ ਅਵੇਸਲਾ ਪਾਣਾ ਹੈ ਕਿ ਸ਼ਾਇਦ ਦੁਨੀਆ ਮਰਦੀ ਹੈ, ਅਸੀਂ ਥੋੜੀ ਕਿਤੇ ਸੰਸਾਰ ਤੋਂ ਮਰਨਾ ਹੈ। ਦੁਨੀਆ ਤੇ ਸਭ ਤੋਂ ਵੱਡਾ ਭਰਮ ਜੇ ਕੋਈ ਪੁੱਛੇ ਕੀ ਹੈ, ਤੇ ਇਹੀ ਸਾਰਿਆਂ ਤੋਂ ਵੱਡਾ ਭਰਮ ਹੈ ਕਿ ਉਹ ਤੁਰ ਗਿਆ, ਮੈਂ ਥੋੜੀ ਜਾਵਾਂਗਾ। ਇਹ ਸਭ ਤੋਂ ਵੱਡਾ ਸਾਡੇ ਅੰਦਰ ਬਣਿਆ ਭੁਲੇਖਾ ਹੈ, ਸਭ ਤੋਂ ਵੱਡਾ ਸਾਡੇ ਅੰਦਰਲਾ ਭਰਮ ਹੈ। ਤਾਂ ਪਾਤਸ਼ਾਹ ਕਹਿੰਦੇ ਮਰਨਾ ਤੇ ਇੱਕ ਦਿਨ ਹੈ, ਇਸ ਤੋਂ ਪਹਿਲਾਂ ਇੰਜ ਕਰ ਆਤਮਿਕ ਤੌਰ ਤੇ ਆਪਣੇ ਮਨ ਦੇ ਤਲ ਤੇ ਸ਼ਬਦ ਮਰੋ, ਸ਼ਬਦ ਦੇ ਵਿੱਚ ਸਮਾ ਜਾ, ਸ਼ਬਦ ਦੇ ਵਿੱਚ ਆਪਣਾ ਹੰਕਾਰ ਮਾਰ ਦੇ, ਫਿਰ ਜੀਵੋ ਸਦ ਹੀ, ਤੂੰ ਸਦਾ ਵਾਸਤੇ ਜਿਉਂਦਾ ਰਹਿ ਜਾਏਗਾ। ਮਾਲਕ ਇੰਜ ਕਿਵੇਂ ਹੋ ਜਾਏਗਾ? ਤਾਂ ਉਦਾਹਰਣ ਤਹਿਤ ਕਵਾਂ, ਭਗਤ ਕਬੀਰ ਸਾਹਿਬ ਜੀ ਨੂੰ ਸੰਸਾਰ ਤੋਂ ਗਿਆ ਸਰੀਰ ਕਰਕੇ ਕਿੰਨੇ ਦਹਾਕੇ ਸਾਲਾਂ ਗੁਜ਼ਰ ਗਏ, ਸਦੀਆਂ ਲੰਘ ਗਈਆਂ, ਉਹ ਅੱਜ ਵੀ ਜੀਵਤ ਹਨ। ਭਗਤ ਰਵਿਦਾਸ ਜੀ ਦਾ ਜ਼ਿਕਰ ਕਰੀਏ, ਅੱਜ ਵੀ ਬਾਣੀ ਅੰਦਰ ਬੈਠੇ ਸਾਨੂੰ ਉਪਦੇਸ਼ ਦੇ ਰਹੇ ਨੇ। ਤੇ ਜੇ ਅਸੀਂ ਗੱਲ ਕਰੀਏ ਸਾਡੇ ਤੋਂ ਕੋਈ 20, 25, 30 ਸਾਲ ਪਹਿਲਾਂ ਕੋਈ ਸਾਡੇ ਪਰਿਵਾਰ ਚੋਂ ਤੁਰਿਆ ਹੋਵੇ, ਸਾਨੂੰ ਉਹਦਾ ਚਿੱਤ ਚੇਤਾ ਵੀ ਨਹੀਂ ਹੋਏਗਾ। ਕਿਉਂ? ਸਰੀਰ ਕਰਕੇ ਮਰੇ ਨੇ, ਉਹ ਸ਼ਬਦ ਦੇ ਵਿੱਚ ਨਾ ਮਰ ਸਕੇ, ਇਸ ਕਰਕੇ ਸੰਸਾਰ ਤੋਂ ਸਦਾ ਵਾਸਤੇ ਖਤਮ ਹੋ ਗਏ। ਪਰ ਜਿਹੜੇ ਸ਼ਬਦ ਦੇ ਅੰਦਰ ਸਮਾ ਗਏ, ਉਹ ਫਿਰ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰ। ਇਸ ਲਈ ਸਭ ਕਹਿੰਦੇ ਸਿਖਾ ਸ਼ਬਦ ਦੇ ਅੰਦਰ ਮਰ, ਨਿਰਮਾਨਤਾ ਧਾਰਨ ਕਰ, ਹੰਕਾਰ ਨੂੰ ਖਤਮ ਕਰ, ਫਿਰ ਜੀਵੋ ਸਦ ਹੀ, ਫਿਰ ਤੂੰ ਸਦਾ ਵਾਸਤੇ ਜੀਵਤ ਹੋ ਜਾਏਗਾ। ਤੇ ਨਾਲ ਸਤਿਗੁਰੂ ਪਾਤਸ਼ਾਹ ਅਟਲ ਵਚਨ ਕਰਕੇ ਕਹਿੰਦੇ ਮੈਂ ਤੇਰੇ ਨਾਲ ਵਾਅਦਾ ਕਰਦਾ, ਤਾਂ ਫਿਰ ਮਰਨ ਨਾ ਹੋਈ, ਤੇਰਾ ਪਰਤ ਕੇ ਮਰਨਾ ਨਹੀਂ ਹੋਏਗਾ, ਤੈਨੂੰ ਪਰਤ ਕੇ ਮੌਤ ਨਹੀਂ ਆਏਗੀ। ਇੱਕ ਵਾਰ ਇਹ ਸਰੀਰ ਖਤਮ ਹੋਏਗਾ, ਨਾ ਤੈਨੂੰ ਦੁਬਾਰਾ ਜਨਮ ਮਿਲਣਗੇ, ਨਾ ਤੈਨੂੰ ਵਾਰ-ਵਾਰ ਮੌਤ ਮਿਲੇਗੀ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੈ ਕੋਈ। ਪਰ ਨਾਲ ਸਾਹਿਬ ਜੀ ਇੱਕ ਸ਼ਰਤ ਰੱਖ ਕੇ ਸਾਨੂੰ ਸੁਚੇਤ ਵੀ ਕਰਦੇ ਨੇ। ਕਿਤੇ ਇਹ ਨਾ ਸਮਝ ਲਈ
ਕਿ ਗੁਰੂ ਕਾ ਨਾਮ ਅੰਮ੍ਰਿਤ ਸਾਰਿਆਂ ਨੂੰ ਹੀ ਪ੍ਰਾਪਤ ਹੋ ਗਿਆ ਕਿਤੇ ਨਹੀਂ। ਸਭ ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮਿੱਠਾ। ਇਹ ਮਨ ਨੂੰ ਸਦਾ ਹੀ ਮਿੱਠਾ ਲੱਗਦਾ ਹੈ, ਪਰ ਬਾਸ਼ਰਤ ਜਿਹਨੂੰ ਇਸ ਮਿਠਾਸ ਦਾ ਪਤਾ ਲੱਗ ਗਿਆ। ਦੁਨੀਆ ਦੇ ਜਿਤਨੇ ਵੀ ਪਦਾਰਥ ਨੇ, ਕਦੇ ਨਾ ਕਦੀ ਆਪਾਂ ਕਹਿ ਦਿੰਦੇ ਨੇ ਅੱਜ ਨਹੀਂ ਇਹ ਖਾਣਾ। ਸਾਡੀ ਕੋਈ ਫੇਵਰੇਟ ਚੀਜ਼ ਵੀ ਹੋਵੇ, ਬੜੀ ਪਿਆਰੀ ਪਸੰਦੀ ਦੀ ਹੋਵੇ, ਕਦੇ ਨਾ ਕਦੀ ਆਪਾਂ ਕਹਿ ਦਿੰਦੇ ਨਹੀਂ ਅੱਜ ਨਹੀਂ ਇਹਨੂੰ ਮਨ ਕਰਦਾ, ਵੈਸੇ ਪਸੰਦ ਮੈਨੂੰ ਬਹੁਤ ਹੈ। ਕਿਤੇ ਨਾ ਕਿਤੇ ਐਸਾ ਵੀ ਹੋ ਜਾਂਦਾ, ਕੋਈ ਰੋਗ ਲੱਗ ਜਾ, ਆਪਾਂ ਕਹਿੰਦੇ ਨਹੀਂ ਮੈਂ ਇਹ ਚੀਜ਼ ਨਹੀਂ ਖਾ ਸਕਦਾ, ਮੈਨੂੰ ਫਲਾਣਾ ਰੋਗ ਚਿੰਬੜਿਆ ਹੋਇਆ। ਪਰ ਮਾਲਕ ਦਾ ਨਾਮ ਸਦਾ ਹੀ ਮਿੱਠਾ ਹੈ। ਜਿਨ੍ਹਾਂ ਨੇ ਚੱਖ ਲਿਆ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਮੈਂ ਅੱਜ ਨਹੀਂ ਜਪਣਾ, ਅੱਜ ਮਨ ਨਹੀਂ ਕਰਦਾ ਪਿਆ, ਅੱਜ ਇਹਦੇ ਚੋਂ ਰਸ ਨਹੀਂ ਆਉਂਦਾ। ਨਹੀਂ, ਜਿਨ੍ਹਾਂ ਨੂੰ ਨਹੀਂ ਰਸ ਆਇਆ ਉਹ ਕਹਿ ਜਾਂਦੇ ਹੋਣਗੇ ਕਿ ਨਹੀਂ ਹੁਣ ਛੱਡ ਦਿੱਤਾ, ਬਾਣੀ ਪੜ੍ਹਨੀ ਛੱਡਤੀ, ਸਿਮਰਨ ਕਰਨਾ ਛੱਡਤਾ, ਜਾਂ ਅੱਜ ਨਹੀਂ ਬਾਣੀ ਪੜ੍ਹਨੀ, ਅੱਜ ਨਹੀਂ ਨਿਤਨੇਮ ਕਰਨਾ। ਪਰ ਜਿਹਨੂੰ ਇਹ ਰਸ ਆ ਗਿਆ ਉਹ ਤੇ ਹੱਥ ਜੋੜ ਕੇ ਕਹਿੰਦਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਉਹਦੀ ਅਵਸਥਾ ਕੀ ਬਣਦੀ ਕਿ ਐ ਸਤਿਗੁਰੂ ਪਾਤਸ਼ਾਹ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕਹਿ ਬੇਦਿਆ ਸਨਮੁਖ ਉਠਤਾਵੈ, ਪਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਆਘਾਵੈ। ਉਹ ਤੇਰੇ ਦਰਸ਼ਨਾਂ ਤੇਰੇ ਨਾਮ ਤੋਂ ਬਿਨਾ ਰਹਿ ਹੀ ਨਹੀਂ ਸਕਦੇ। ਸੋ ਇਸ ਲਈ ਪਾਤਸ਼ਾਹ ਜੀ ਕਹਿੰਦੇ ਸਦਾ ਹੀ ਮਿੱਠਾ ਹੈ, ਪਰ ਸ਼ਰਤ ਇਹ ਸ਼ਬਦੇ ਪਾਵੈ ਕੋਈ। ਸ਼ਬਦ ਦੇ ਦੁਆਰਾ ਇਸ ਨਾਮ ਰਸ ਨੂੰ ਕੋਈ ਵਿਰਲਾ ਵਿਰਲਾ ਸਰੀਰ ਜਿਹੜਾ ਉਹ ਪ੍ਰਾਪਤ ਕਰਦਾ, ਉਹ ਪਾਉਣਾ ਕਰਦਾ ਹੈ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਇਹ ਉਹਦੀਆਂ ਦਾਤਾਂ ਨੇ। ਕਦੀ ਦਾਵਾ ਕਰਕੇ ਨਹੀਂ ਕਹਿ ਸਕਦੇ ਕਿ ਮੈਨੂੰ ਮਿਲੇਗੀ ਜਾਂ ਮੈਂ ਹੀ ਲੈ ਲਵਾਂਗਾ, ਦੂਜਾ ਲੈ ਹੀ ਨਹੀਂ ਸਕਦਾ। ਸਾਹਿਬ ਬਾਣੀ ਅੰਦਰ ਕਹਿੰਦੇ ਇੱਥੇ ਘਾਲਣਾ ਘਾਲਣ ਵਾਲੇ ਵੀ ਕਈ ਵਾਰ ਖਾਲੀ ਰਹਿ ਜਾਂਦੇ। ਇੱਕ ਜਾਂ ਗੰਦੇ ਨਾ ਲਹਿਨ, ਇੱਕ ਨਾ ਸੁਤਿਆਂ ਦੇ ਉਠਾਲ। ਇੱਥੇ ਕਦੀ ਦਾਵਾ ਨਾ ਕਰੋ ਕਿ ਮੇਰੀ ਆ ਅਵਸਥਾ ਹੈ ਜਾਂ ਮੈਂ ਇੰਨਾ ਜਪ ਲੈਣਾ ਮੈਂ ਤੇ ਪਾਰ ਹੋ ਹੀ ਜਾਣਾ। ਨਹੀਂ, ਜਦੋਂ ਬਾਣੀ ਪੜੋ ਭਗਤ ਸਾਹਿਬ ਇੱਕ ਬਚਨ ਕਹਿੰਦੇ ਕਬੀਰ ਅਜੋਂ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਇੱਥੇ ਕੋਈ ਭਰੋਸਾ ਨਹੀਂ ਛਿਣ ਦੇ ਵਿੱਚ ਕੀ ਹੋ ਜਾਣਾ ਸਾਡੇ ਨਾਲ। ਇਹ ਮਨ ਦੀ ਅਵਸਥਾ ਹੈ, ਕਦੀ ਵੀ ਇਹ ਮਨ ਕਿਸੇ ਵੀ ਪਾਸੇ ਪਲਟ ਸਕਦਾ ਹੈ। ਤਾਂ ਹੀ ਬਾਣੀ ਨੇ ਬਚਨ ਕਹੇ ਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਇਸ ਮਨ ਦਾ ਕੋਈ ਭਰੋਸਾ ਥੋੜੀ ਹੈ। ਇਸ ਲਈ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਇਹ ਦਾਤਾਂ ਉਹਦੇ ਹੱਥ ਵਿੱਚ ਨੇ। ਤੂੰ ਕੇਵਲ ਭਿਖਾਰੀ ਬਣ ਕੇ ਕਟੋਰਾ ਰੱਖ ਕੇ ਹੱਥ ਫੈਲਾ ਕੇ ਕਹਿ ਕਿ ਦਾਤਾ ਤੇਰੇ ਦਰ ਦੇ ਭਿਖਾਰੀਆਂ, ਤੇਰੀਆਂ ਦਾਤਾਂ ਨੇ ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕਹੇ ਜਿਉ ਭਾਵੈ ਤਿਵੈ ਬਖਸ਼। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਇਸ ਤਰ੍ਹਾਂ ਹੀ ਬਖਸ਼ ਦੇ, ਅਸੀਂ ਤੇ ਬਾਣੀ ਪੜ੍ਹਦੇ ਸਿਮਰਨ ਕਰਦੇ ਦਾਤਾ ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਉਵੇਂ ਸਾਨੂੰ ਬਖਸ਼ ਲਾ, ਪਰ ਅਰਦਾਸ ਇਹ ਹੈ ਬਖਸ਼ ਜ਼ਰੂਰ ਲਾ। ਨਹੀਂ ਤਾਂ ਪਾਤਸ਼ਾਹ ਪਹਿਲਾਂ ਵੀ ਲੱਖਾਂ ਜਨਮ ਭੋਗ ਆਏ ਆ, ਇਸ ਜਨਮ ਦੇ ਵਿੱਚ ਹੀ ਇੰਝ ਹੀ ਮਰ ਮੁੱਕ ਜਾਵਾਂਗੇ। ਸੋ ਸਾਹਿਬ ਕਹਿੰਦੇ ਇਹ ਉਹਦੇ ਘਰ ਦਰ ਦੀਆਂ ਦਾਤਾਂ ਨੇ, ਜਿਸ ਭਾਵੈ ਤਿਸ ਦੇਈ। ਬਸ ਤੂੰ ਮੁਸ਼ੱਕਤਾਂ ਘਾਲ ਉਹਦੇ ਦਰ ਤੇ, ਟਹਿਲ ਕਰ, ਖਿਦਮਤ ਕਰ, ਚਾਕਰ ਬਣ ਕੇ ਸੇਵਾ ਕਰ। ਬਸ ਇਹ ਯਾਦ ਰੱਖੀ ਜਿਸ ਦਿਨ ਸੇਵਾ ਕਰਦਿਆਂ ਨਿਹਕਾਮੀ ਹੋ ਜਾਏਗਾ, ਉਹਨਾਂ ਨੂੰ ਫਿਰ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਫਿਰ ਮਾਲਕ ਦੀ ਪ੍ਰਾਪਤੀ ਹੁੰਦੀ, ਉਹਨਾਂ ਨੂੰ ਪਦਾਰਥ ਨਹੀਂ ਪ੍ਰਾਪਤ ਹੁੰਦੇ, ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪੈ ਸੇਈ। ਅਖੀਰ ਸਾਹਿਬ ਪਾਤਸ਼ਾਹ ਕਿਰਪਾ ਕਰਕੇ ਕਹਿੰਦੇ ਨਾਨਕ ਨਾਮ ਰਤੇ ਸੁਖ ਪਾਇਆ। ਜਿਹੜੇ ਨਾਮ ਵਿੱਚ ਰਤੇ ਗਏ ਨੇ ਉਹਨਾਂ ਨੇ ਸੁਖ ਪਾਇਆ। ਤੇ ਗਰੀਬ ਨਵਾਜ ਕਹਿੰਦੇ ਦਰਗਹ ਜਾਪੈ ਸੇਈ, ਉਹ ਦਰਗਾਹ ਦੇ ਅੰਦਰ ਸ਼ੋਭਨੀਕ ਹੋਏ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਨ ਹਾਰਾ। ਉਹਨਾਂ ਨੂੰ ਦਰਗਾਹ ਦੇ ਅੰਦਰ ਸਾਹਿਬ ਬਚਨ ਕਹਿੰਦੇ ਰੇ ਰੇ ਦਰਗਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਉਹ ਫਿਰ ਦਰਗਹ ਜਾਪੈ ਸਈ, ਦਰਗਾਹ ਦੇ ਅੰਦਰ ਮਾਲਕ ਦੇ ਘਰ ਦੇ ਅੰਦਰ ਵਡਿਆਈਆਂ ਉਹ ਪਾਉਂਦੇ ਨੇ ਜਿਹੜੇ ਨਾਮ ਦੇ ਅੰਦਰ ਰੱਤੇ ਜਾਂਦੇ ਨੇ। ਰੱਤੇ ਸੇਈ ਜੇ ਮੁਖ ਨਾ ਮੋੜਨ, ਜਿਨੇ ਸੰਯਾਤਾ ਸਾਈ, ਝੜ ਝੜ ਪਮਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਰੱਤੇ ਤਾਂ ਉਹੀ ਨੇ ਜਿਹੜੇ ਮੁਖ ਨਾ ਮੋੜਨ, ਜਿਹੜੇ ਮਾਲਕ ਵੱਲੋਂ ਮੂੰਹ ਨਹੀਂ ਮੋੜਦੇ। ਅਸੀਂ ਤੇ ਇੱਕ ਦਿਨ ਅਰਦਾਸ ਪੂਰੀ ਨਾ ਹੋਈ, ਅਸੀਂ ਕਹਿੰਦੇ ਸਾਨੂੰ ਤਾਂ ਦਰ ਬਥੇਰੇ, ਸਾਡੇ ਤੇ ਲਾਗੇ ਬੜੇ ਨੇ, ਅਸੀਂ ਉੱਥੇ ਦੀਵੇ ਜਗਾ ਆਵਾਂਗੇ। ਪਰ ਨਹੀਂ, ਦਿਲ ਹੋ ਮੁਹੱਬਤ ਜਿਨ ਸੇਈ ਸੱਚਿਆ। ਸੱਚਾ ਸਿੱਖ ਕਿਹੜਾ? ਜਿਹੜਾ ਦਿਲੋਂ ਪ੍ਰੀਤ ਕਰਦਾ ਹੈ।
ਜਿਹੜਾ ਉਤੋਂ ਸਵਾਰਥ ਵਾਸਤੇ ਨਹੀਂ ਜੁੜਿਆ। ਦਿਲੋਂ ਹੋ ਮੁਹੱਬਤ ਜਿਨ ਸੇਈ ਸੱਚਿਆ। ਤੇ ਸਾਡੇ ਪਰਥਾਏ ਸਾਹਿਬ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜੇ ਦਰਗਾਹ ਦੇ ਵਿੱਚ ਸ਼ੋਭਦੇ ਨੇ ਤਾਂ ਪਾਤਸ਼ਾਹ ਕਹਿੰਦੇ ਉਹ ਸ਼ੋਭਦੇ ਨੇ ਜਿਹੜੇ ਉਸ ਮਾਲਕ ਦੇ ਦਰ ਘਰ ਦੇ ਅੰਦਰ ਸ਼ੋਭਾ ਪ੍ਰਾਪਤ ਕਰਦੇ ਹਨ। ਸੋ ਇਹ ਗਰੀਬ ਨਿਵਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਮੁਖ ਵਾਕ ਜੋ ਸਾਹਿਬ ਪਾਤਸ਼ਾਹ ਜੀ ਨੇ ਟੁੱਟ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ। ਸੋ ਆਓ ਹੁਣ ਜੋ ਮਰਿਆਦਾ ਅਨੁਸਾਰ ਲੜੀਵਾਰ ਗੁਰੂ ਕੇ ਸ਼ਬਦ ਵਿਚਾਰਦੇ ਹਾਂ ਰੋਜ਼ਾਨਾ। ਆਓ ਪਾਤਸ਼ਾਹ ਕਿਰਪਾ ਕਰਦੇ ਅੱਜ ਲੜੀ ਦੇ ਤਹਿਤ ਜੋ ਬਖਸ਼ਿਸ਼ ਕਰ ਰਹੇ ਹਨ ਸਰਵਣ ਕਰੀਏ। ਰਾਮ ਕਲੀ ਮਹੱਲਾ ਪੰਜਵਾ। ਬੀਜ ਮੰਤਰ ਹਰ ਕੀਰਤਨ ਗਾਓ। ਹਜੂਰ ਸਮਝਾ ਕੇ ਕਹਿੰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਬਚਨ ਰਾਮਕਲੀ ਰਾਗ ਅੰਦਰ ਰਹਾਉ ਦੀਆਂ ਪੰਕਤੀਆਂ ਤੇ ਸਹਿਬ ਕਿਰਪਾ ਕਰਦੇ। ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲ ਪਾਰ ਪਰਲਾ। ਕਿ ਗੁਰੂ ਕਿਰਪਾ ਨਾਲ ਹਿਰਦੇ 'ਚ ਵਸਦਾ ਹੀ ਉਹ। ਦਾਵਾ ਨਾ ਕਰੀ ਕਦੀ, ਉਹ ਮੁੱਲ ਨਹੀਂ ਖਰੀਦਿਆ ਜਾ ਸਕਦਾ, ਉਹਦੇ ਅੱਗੇ ਜ਼ੋਰ ਨਹੀਂ ਉਹ ਚੱਲ ਸਕਦਾ। ਪ੍ਰਾਰੰਭਤਾ ਕਰਕੇ ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ। ਬੀਜ ਮੰਤਰ ਮਾਲਕ ਦਾ ਨਾਮ, ਉਹਨੂੰ ਹਰੀ ਪਰਮੇਸ਼ਰ ਦੀ ਕੀਰਤੀ ਰੂਪ ਦੇ ਅੰਦਰ ਗਾਉਣਾ ਕਰ। ਕਿਉਂਕਿ ਕੀਰਤਨ ਇੱਕ ਤਾਂ ਉਹਦੀ ਕੀਰਤੀ ਕਰ, ਦੂਜਾ ਕੀਰਤਨ ਇਹਦਾ ਇੱਕ ਇਹ ਵੀ ਅਰਥ ਕਰ ਦਿੰਦੇ ਕਈ ਵਾਰ ਕਿ ਕੀ ਰਤਨ। ਜਿਸ ਦਿਨ ਉਸ ਅਵਸਥਾ ਤੇ ਪਹੁੰਚ ਗਏ ਉਸ ਦਿਨ ਇਹ ਸੰਸਾਰ ਦੇ ਰਤਨ ਹੀਰੇ ਜਵਾਹਰਾਤ ਪੰਨੇ ਪੁਖਰਾਜ ਕੋਈ ਅਹਿਮੀਅਤ ਹੀ ਨਹੀਂ ਰੱਖਣਗੇ। ਜਿਸ ਦਿਨ ਉੱਥੇ ਪਹੁੰਚ ਜਾਵਾਂਗੇ ਕੀਰਤਨ ਕਰਦੇ ਹਾਂ ਉਸ ਦਿਨ ਅਵਸਥਾ ਕਹੇਗੀ ਮਾਲਕਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਕਿ ਸਾਨੂੰ ਇਹ ਰਾਜ ਭਾਗ ਮੁਕਤੀਆਂ ਜਾਂ ਇੰਜ ਕਹਿ ਲਓ ਸਾਨੂੰ ਹੀਰੇ ਮੁਕਤੇ ਪੁੰਨੇ ਪੁਖਰਾਜ ਕੁਛ ਨਹੀਂ ਚਾਹੀਦਾ। ਕੀਰਤਨ ਦਾ ਇਹ ਵੀ ਵਿਦਵਾਨ ਅਰਥ ਕਰਦੇ ਕੀ ਰਤਨ। ਉਸ ਅਵਸਥਾ ਤੇ ਚਲੇ ਜਾਣਾ ਜਿੱਥੇ ਰਤਨ ਵੀ ਕੋਈ ਅਹਿਮੀਅਤ ਨਾ ਰੱਖਦੇ ਹੋਣ ਸਾਡੇ ਲਈ। ਸੋ ਪਾਤਸ਼ਾਹ ਕਹਿੰਦੇ ਹਰੀ ਦਾ ਨਾਮ ਬੀਜ ਮੰਤਰ, ਉਹਦੀ ਕੀਰਤੀ ਜਿਹੜੀ ਉਹ ਗਾਉਣੀ ਕਰ। ਆਗੈ ਮਿਲੀ ਨਿਥਾਵੈ ਥਾਓ। ਮਹਾਰਾਜ ਇਹਦੇ ਨਾਲ ਕੀ ਹੋਏਗਾ? ਜਦੋਂ ਵੀ ਸੰਸਾਰ ਤੇ ਕੋਈ ਕੰਮ ਕਰੀਏ ਜਾਂ ਕਰਦੇ ਹੋਈਏ ਪੁੱਛਦੇ ਹੀ ਆ ਕੀ ਹੁੰਦਾ ਇਹਦੇ ਨਾਲ। ਮਹਾਰਾਜ ਕੀਰਤੀ ਕਰਾਂਗੇ ਕੀ ਮਿਲੇਗਾ? ਸਭ ਕਹਿੰਦੇ ਆਗੈ ਮਿਲੀ ਨਿਥਾਵੇ ਥਾਓ। ਜਿਹੜੇ ਨਿਥਾਵੇ ਨੇ ਨਾ ਜਿਨ੍ਹਾਂ ਕੋਲ ਥਾਂ ਕੋਈ ਨਹੀਂ, ਇੱਥੇ ਭਾਵੇਂ ਅਸੀਂ ਕਿੱਲਿਆਂ ਦੇ ਮਾਲਕ ਬਣੇ ਫਿਰ ਗਏ। ਗੁਰਮੁਖੋ ਯਾਦ ਰੱਖਿਓ ਭਾਈ ਡੱਲੇ ਨੇ ਇਹ ਕਿਹਾ ਸੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਪੀੜੀ ਜਿੰਨੀ ਥਾਂ ਦੇ ਦੇ। ਇੱਥੇ ਤੇ ਮੇਰੇ ਕੋਲ ਬੜਾ ਕੁਛ ਹੈ, ਜਗੀਰਾਂ ਰਾਜ ਭਾਗ ਸਭ ਕੁਛ ਹੈ, ਪਰ ਦਾਤਾ ਤੇਰੇ ਚਰਨਾਂ 'ਚ ਕੇਵਲ ਪੀੜੀ ਜਿੰਨੀ ਥਾਂ ਚਾਹੀਦੀ ਹੈ। ਮਾਲਕ ਦੇ ਘਰ 'ਚ ਇੰਨੀ ਕੁ ਥਾਂ ਮਿਲ ਜਾਣੀ ਵੀ ਨਸੀਬ ਨੇ। ਇੱਥੇ ਜਿੰਨੀਆਂ ਮਰਜ਼ੀ ਜਾਇਦਾਦਾਂ ਬਣਾ ਲਈਏ। ਸਭ ਕਹਿੰਦੇ ਜਪੇਗਾ ਤਾਂ ਤੈਨੂੰ ਨਥਾਵੇ ਨੂੰ ਅੱਗੇ ਉਸ ਦਰਗਾਹ ਦੇ ਅੰਦਰ ਜਿੱਥੇ ਕੋਈ ਬਾਹ ਨਹੀਂ ਪਕੜਦਾ, ਸਭ ਕਹਿੰਦੇ ਉੱਥੇ ਨਥਾਵਿਆਂ ਨੂੰ ਫਿਰ ਥਾਂ ਮਿਲਦਾ ਹੈ। ਗੁਰਪੂਰੇ ਕੀ ਚਰਨੀ ਲਾਗ। ਮਹਾਰਾਜ ਜੀ ਇੱਕ ਗੱਲ ਹੋਰ ਸਮਝਾਓ ਸਾਨੂੰ ਕਿ ਤੁਸੀਂ ਪਹਿਲਾਂ ਕਿਹਾ ਬੀਜ ਮੰਤਰ ਕੀਰਤਨ ਜਪ, ਇਹਦੇ ਨਾਲ ਸਮਝ ਆ ਗਈ ਨਥਾਵਿਆਂ ਨੂੰ ਥਾਂ ਮਿਲਦਾ। ਪਰ ਮਹਾਰਾਜ ਇਹ ਸ਼ਬਦ ਜਪੀਏ ਕਿਹਦੇ ਤੋਂ ਲੈ ਕੇ, ਜਪੀਏ ਕਿਸ ਤਰ੍ਹਾਂ? ਸਭ ਕਹਿੰਦੇ ਇਹ ਮਿਲੇਗਾ ਕਿੱਥੋਂ? ਜੇ ਤੂੰ ਪੁੱਛਦਾ ਗੁਰਪੂਰੇ ਕੀ ਚਰਨੀ ਲਾਗ। ਸਮਰੱਥ ਗੁਰੂ ਦੇ ਚਰਨਾਂ ਨਾਲ ਜੁੜ ਜਾ, ਸਮਰੱਥ ਗੁਰੂ ਦੇ ਦਰ ਘਰ ਦਾ ਸੇਵਾਦਾਰ ਚਾਕਰ ਹੋ ਜਾ ਤੇ ਜਾ ਕੇ ਅਰਦਾਸਾਂ ਕਰੀ ਮੇਲ ਲਹਿੋ ਦਇਆਲ ਟਹਿ ਪਏ ਦੁਆਰਿਆ ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਇੰਜ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਜਾਣਾ ਕਰ। ਜਨਮ ਜਨਮ ਕਾ ਸੋਇਆ ਜਾਗ। ਤੇ ਜਿਹੜੀ ਤੂੰ ਅਗਿਆਨਤਾ ਦੀ ਨੀਂਦ ਵਿੱਚ ਜਨਮਾਂ ਜਨਮਾਂਤਰਾਂ ਦਾ ਸੁੱਤਾ ਪਿਆ ਹੈ, ਭਲਿਆ ਜਾਗ ਇਹਦੇ ਚੋਂ ਥੋੜਾ ਜਿਹਾ। ਜਾਗ ਲਿਹੋ ਰੇ ਮਨਾ ਜਾਗਣ ਹਾਰੇ। ਕਹਾਂ ਗਾਫਲ ਸੋਇਆ? ਕਿਹੜੀ ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਪਿਆ? ਜਾਗ ਥੋੜਾ ਜਿਹਾ। ਆ ਸਰੀਰ ਕਰਕੇ ਜਾਗਣਾ ਕੋਈ ਜਾਗਣਾ ਨਹੀਂ ਹੋ, ਆਤਮਿਕ ਤੌਰ ਤੇ ਜਾਗ। ਜਿਹੜੇ ਆਤਮਿਕ ਤੌਰ ਤੇ ਜਾਗ ਗਏ ਉਹਨਾਂ ਨੂੰ ਸਮਝ ਆ ਗਈ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਸ ਲਈ ਪਾਤਸ਼ਾਹ ਕਹਿੰਦੇ ਅਗਿਆਨਤਾ ਦੀ ਨੀਂਦ ਚੋਂ ਜਾਗ। ਅਗਿਆਨਤਾ ਦੀ ਨੀਂਦ 'ਚ ਜਾਂ ਅਸੀਂ ਆਪਣੇ ਹੰਕਾਰ ਕਰਕੇ ਸੌਂਦੇ ਆ ਜਾਂ ਕੁਝ ਪੂਰਬਲੇ ਕਰਮ ਹੋ ਜਾਂਦੇ। ਹੰਕਾਰ ਵੀ ਸੁਵਾ ਦਿੰਦਾ ਹੈ। ਹੰਕਾਰ ਸਾਡੇ ਸਾਰਿਆਂ ਦੇ ਅੰਦਰ, ਭਾਵੇਂ ਆਮ ਮਨੁੱਖਾਂ ਦੀ ਗੱਲ ਕਰ ਲਓ, ਭਾਵੇਂ ਸਰਕਾਰਾਂ ਦੀ ਗੱਲ ਕਰ ਲਓ, ਹਰ ਬੰਦਾ ਕਿਤੇ ਨਾ ਕਿਤੇ ਕੋਈ ਆਪਣੇ ਈਗੋ ਵਿੱਚ ਸੁੱਤਾ ਪਿਆ ਕਿ ਮੈਂ ਹੀ ਸ਼ਾਇਦ ਸਭ ਕੁਛ ਹਾਂ, ਮੈਂ ਜੋ ਕਹਿ ਦਿੱਤਾ ਉਹ ਹੋ ਗਿਆ, ਮੈਂ ਜੋ ਕਹਿ ਦੇਵਾਂਗਾ ਉਹ ਹੋ ਜਾਏਗਾ। ਪਰ ਦੁਨੀਆ ਨੂੰ ਕੌਣ ਸਮਝਾਵੇ? ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਕਿ ਹੰਕਾਰ ਕਦੀ ਮਾਲਕ ਨੂੰ ਨਹੀਂ ਪਾਉਂਦਾ। ਇੱਥੇ ਵੱਡੇ ਵੱਡੇ ਕਾਰੂ ਹਾਰੂ ਬਾਦਸ਼ਾਹ ਦੇ ਹੰਕਾਰ ਟੁੱਟ ਗਏ,
ਇੱਥੇ ਔਰੰਗੇ ਵਰਗਿਆਂ ਦੇ ਹੰਕਾਰ ਟੁੱਟ ਗਏ, ਇੱਥੇ ਜਹਾਂਗੀਰ ਵਰਗਿਆਂ ਦੇ ਹੰਕਾਰ ਟੁੱਟ ਗਏ, ਤੁਸੀਂ ਕੀ ਚੀਜ਼ਾਂ ਹੋ। ਪਰ ਗਰੀਬ ਨਵਾਜ ਸਾਹਿਬ ਸਮਝਾਉਂਦੇ ਜਿਹੜਾ ਸੌਂ ਹੀ ਗਿਆ ਉਸ ਸੁੱਤੇ ਨੂੰ ਫਿਰ ਜਾਂ ਤਾਂ ਚੰਗੀ ਤਰ੍ਹਾਂ ਹਲੂਣਾ ਦੇਣਾ ਪੈਂਦਾ ਹੈ ਜਾਂ ਫਿਰ ਉਹਨੂੰ ਚੰਗੀ ਤਰ੍ਹਾਂ ਧੂਣਾ ਪੈਂਦਾ ਹੈ, ਤਾਂ ਜਾ ਕਰਕੇ ਕਿਤੇ ਉਹ ਜਾਗਦਾ ਹੈ। ਅਸੀਂ ਗਾਫਲਤਾਈ ਦੀ ਨੀਂਦ ਵਿੱਚ ਸੁੱਤੇ ਹਾਂ। ਸਾਹਿਬ ਕਹਿੰਦੇ ਗੁਰੂ ਚਰਨਾਂ ਨਾਲ ਜੁੜ, ਗੁਰੂ ਤੈਨੂੰ ਹਲੂਣਾ ਦੇਵੇਗਾ, ਤੂੰ ਜਾਗ ਜਾਵੇਂਗਾ। ਹਰ ਹਰ ਜਾਪ ਜਪ ਲਾ, ਤੇ ਉਸ ਹਰੀ ਕਰਤੇ ਪਰਮੇਸ਼ਰ ਦਾ ਜਾਪ, ਉਹਦਾ ਮੰਤਰ, ਉਹਦਾ ਸ਼ਬਦ ਜਿਹੜਾ ਉਹ ਜਪ ਲਾ ਭਲਿਆ। ਇਹ ਮਨੁੱਖੀ ਕਾਇਆ, ਇਹ ਦੇਹੀ, ਇਹ ਸਰੀਰ ਮਿਲਿਆ, ਇਹਨੂੰ ਅਜਾਈ ਨਾ ਗਵਾ, ਉਹਨੂੰ ਜਪ ਲੈਣਾ ਕਰ। ਗੁਰ ਕਿਰਪਾ ਤੇ ਹਿਰਦੈ ਵਾਸੈ, ਭਉ ਜਲ ਪਾਰ ਪਰ ਲਾ। ਇਹ ਹੈ ਤੂੰ ਜਪਦਾ ਜਾ, ਇਹ ਕੋਸ਼ਿਸ਼ ਨਾ ਕਰੀ ਮੇਰੇ ਹਿਰਦੇ 'ਚ ਵਸੇ, ਤੂੰ ਕੇਵਲ ਜਪ, ਨਿਮਾਣਾ ਹੋ ਕੇ ਜਪ। ਜਦੋਂ ਤੂੰ ਇਹ ਕਹੇਗਾ ਮੇਰੇ ਹਿਰਦੇ 'ਚ ਮੈਂ ਕੋਸ਼ਿਸ਼ ਕਰ ਰਿਹਾ ਮੇਰੇ ਹਿਰਦੇ 'ਚ ਵਸੇ, ਤੇਰੀਆਂ ਕੋਸ਼ਿਸ਼ਾਂ ਨਾਲ ਨਹੀਂ ਉਹ ਵਸਣਾ, ਤੂੰ ਕੇਵਲ ਜਪਦਾ ਜਾ। ਜਿਵੇਂ ਇੱਕ ਬੱਚੇ ਨੂੰ ਕਹਿੰਦੇ ਤੂੰ ਪੜ੍ਹਦਾ ਰਹਿ, ਸਹਿਜੇ ਸਹਿਜੇ ਆਪੇ ਗੁਰੂ ਕਿਰਪਾ ਕਰੇਗਾ, ਤੇਰੇ ਦਿਮਾਗ 'ਚ ਵੀ ਆ ਜਾਏਗੀ ਗੱਲ। ਤੂੰ ਜਪਦਾ ਰਹਿ, ਸਾਹਿਬ ਕਹਿੰਦੇ ਗੁਰੂ ਕਿਰਪਾ ਨਾਲ ਤੇਰੇ ਹਿਰਦੇ 'ਚ ਵਸੇਗਾ। ਜਦੋਂ ਵਸ ਜਾਏਗਾ ਫਿਰ ਭਉਜਲ ਪਾਰ ਪਰਲਾ, ਫਿਰ ਤੂੰ ਇਹ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਨਾਲ ਅਰਦਾਸ ਵੀ ਕਰਦਾ ਰਹੀਂ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਨਾਲ ਅਰਦਾਸ ਕਰੀ ਕਿ ਐ ਸਮਰੱਥ ਸਾਈਂ ਮੈਂ ਅਜਾਨ ਜਨ ਤਰ ਭੀ ਨਾ ਜਾਨੋ, ਬਾਪ ਬੀਠਲਾ ਬਾਹ ਦੇ, ਸਾਨੂੰ ਆਪਣਾ ਹੱਥ ਦੇ, ਅਸੀਂ ਤਰ ਸਕੀਏ। ਸਭ ਕਹਿੰਦੇ ਇਸ ਤਰ੍ਹਾਂ ਹਿਰਦੇ 'ਚ ਵਸੇਗਾ, ਤਰ ਜਾਵੇਂਗਾ। ਰਹਾਉ ਠਹਿਰਾਓ ਦੇ ਕੇ ਅਸੀਸ ਦਿੰਦੇ ਹਨ। ਨਾਮ ਨਿਧਾਨ ਧਿਆਏ ਮਨ ਅਟਲ, ਉਹ ਨਾਮ ਨਿਧਾਨ, ਨਾਮ ਰੂਪੀ ਖਜ਼ਾਨਾ ਜਿਹੜਾ ਹੈ ਉਹਨੂੰ ਧਿਆ, ਉਹ ਅਟਲ ਹੈ। ਫਿਰ ਸਭ ਕਹਿੰਦੇ ਇਸ ਮਨ ਨੂੰ ਵੀ ਅਟਲ ਕਰਕੇ ਅਰਦਾਸ ਕਰੀ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਮਨ ਨੂੰ ਟਿਕਾ ਕੇ ਸਾਵਧਾਨ ਇਕਾਗਰ ਚੀਤ ਹੋ ਕਰਕੇ ਉਸ ਅਟਲ ਨਾਮ ਨੂੰ ਜਪਣਾ ਧਿਆਉਣਾ ਕਰੀ। ਤਾ ਛੂਟੈ ਹੈ ਮਾਇਆ ਕੇ ਪਟਲ, ਇਹਦੇ ਨਾਲ ਇਹ ਮਾਇਆ ਦੇ ਸਾਰੇ ਬੰਧਨ ਦੁੱਖ ਆਦਿਕ ਜਿਹੜੇ ਨੇ ਇਹ ਟੁੱਟ ਜਾਣਗੇ, ਤੂੰ ਛੁੱਟ ਜਾਏਗਾ। ਨਾਲ ਅਰਦਾਸ ਕਰੀ ਤੇ ਗੁਰੂ ਤਰਸ ਕਰੇਗਾ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਗੁਰੂ ਸਿੱਖ ਦੇ ਬੰਧਨ ਕੱਟਦਾ, ਇੰਜ ਤੇਰੇ ਟੁੱਟ ਜਾਣਗੇ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਸਭ ਕਹਿੰਦੇ ਗੁਰੂ ਦਾ ਸ਼ਬਦ ਰੂਪੀ ਅੰਮ੍ਰਿਤ ਰਸ ਜਿਹੜਾ ਹੈ ਇਹਨੂੰ ਪੀਣਾ ਕਰ, ਇਹਨੂੰ ਚਖਣਾ ਕਰ। ਜਿਸ ਦਿਨ ਇਹ ਰਸ ਚਖ ਲਏਗਾ ਉਸ ਦਿਨ ਤੈਨੂੰ ਹੋਛੇ ਰਸਾਂ ਦੀ ਲੋੜ ਨਹੀਂ ਰਹਿ ਜਾਏਗੀ। ਉਸ ਦਿਨ ਬਸ ਤੈਨੂੰ ਹਰ ਰਸ ਪੀ ਕੇ ਤੂੰ ਮਸਤ ਹੋ ਜਾਏਗਾ ਤੇ ਤੇਰੇ ਪਦਾਰਥ ਰੂਪੀ ਰਸ ਛੁੱਟ ਜਾਣਗੇ। ਇਸ ਲਈ ਗੁਰੂ ਕਾ ਸ਼ਬਦ ਰੂਪੀ ਰਸ ਚਖਣਾ ਕਰ। ਤਾ ਤੇਰਾ ਹੋਏ ਨਿਰਮਲ ਜੀਓ, ਸਭ ਕਹਿੰਦੇ ਤਨ ਤੇ ਧੋ ਕੇ ਨਿਰਮਲ ਕਰ ਲਏਗਾ। ਜੇ ਜੀਓ ਨੂੰ ਨਿਰਮਲ ਕਰਨਾ ਨਾ, ਇਸ ਮਨ ਤੇ ਜਿਹੜੀ ਮੈਲ ਚੜੀ ਉਹ ਧੋਪੈ ਨਾਵੇਂ ਕੈ ਰੰਗ। ਨਾਮ ਜਪਿਆ ਕਰ, ਤਾਂ ਇੱਕ ਸ਼ਰਤ ਰੱਖ ਕੇ ਕਹਿੰਦੇ, ਜਿਵੇਂ ਆਪਾਂ ਕਹਿੰਦੇ ਤਾਂ ਆ ਕੰਮ ਹੋਏਗਾ ਜੇ ਆ ਕਰੇਗਾ। ਸਭ ਕਹਿੰਦੇ ਜਪੇਗਾ ਨਾ ਜਦੋਂ, ਤੇਰਾ ਹਿਰਦਾ ਤਾਂ ਨਿਰਮਲ ਹੋਵੇਗਾ। ਸੋਧਤ ਸੋਧਤ ਸੋਧ ਵਿਚਾਰਾ, ਦੁਨੀਆ ਦੇ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਰਖੀਆਂ ਮੁਨੀਆਂ ਪੈਗੰਬਰਾਂ ਨੇ ਸੋਧ ਕੇ, ਜਿਵੇਂ ਆਪਾਂ ਕਹਿੰਦੇ ਨਿਚੋੜ ਕੱਢ ਕੇ ਗੱਲ ਕਹੀ, ਉਹ ਕੀ ਹੈ? ਵਿਚਾਰ ਇਸ ਸਿੱਟੇ ਤੇ ਪਹੁੰਚਦੇ ਹਨ ਬਿਨ ਹਰ ਭਗਤ ਨਹੀਂ ਛੁਟਕਾਰਾ, ਕਿ ਐ ਦੁਨੀਆ ਦੇ ਲੋਕੋ ਭਗਤੀ ਤੋਂ ਬਿਨਾ ਛੁਟਕਾਰਾ ਨਹੀਂ ਜੇ ਹੈਗਾ। ਜਿੱਥੇ ਮਰਜੀ ਕੋਈ ਭੱਜ ਲੇ, ਜਿੰਨੇ ਮਰਜੀ ਕੋਈ ਕਰਮਕਾਂਡ ਕਰ ਲੇ, ਜੋ ਮਰਜੀ ਦੁਨੀਆ 'ਚ ਕਰ ਲਵੇ, ਪਰ ਭਗਤੀ ਤੋਂ ਬਿਨਾ ਨਾ ਅੱਜ ਤੱਕ ਕੋਈ ਛੁੱਟਿਆ ਤੇ ਨਾ ਇਸ ਦੁਨੀਆ ਤੇ ਕੋਈ ਛੁੱਟੇਗਾ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੋਹਰ ਲਾ ਰਹੇ ਹਨ। ਸੋ ਹਰ ਭਜਨ ਸਾਧਕੈ ਸੰਗ, ਮਹਾਰਾਜ ਜਿਸ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਹੁੰਦਾ, ਉਹ ਭਜਨ ਮਿਲੂਗਾ ਕਿੱਥੋਂ? ਪੂਰੇ ਗੁਰ ਕੀ ਚਰਨੀ ਲਾਗ। ਮਹਾਰਾਜ ਫਿਰ ਕੋਈ ਜਪਣ ਵਾਸਤੇ ਨਾਲ ਗੁਰ ਭਾਈ ਤਾਂ ਚਾਹੀਦੇ ਨੇ। ਸਭ ਕਹਿੰਦੇ ਇੰਜ ਕਰੀ ਫਿਰ ਸਾਧਕੈ ਸੰਗ, ਸਾਧੂ ਜਣਾ ਸਤਪੁਰਖਾਂ ਗੁਰ ਸਿੱਖਾਂ ਗੁਰਮੁਖਾਂ ਦੀ ਸੰਗਤ ਕਰੀ ਤੇ ਉਹਨਾਂ ਵਿੱਚ ਬਹਿ ਕੇ ਭਜਨ ਜਪਣਾ ਕਰਿਆ ਕਰ। ਮਨ ਤਨ ਰਾਪੈ ਹਰ ਕੈ ਰੰਗ, ਇਹਦੇ ਨਾਲ ਤੇਰਾ ਮਨ ਅਤੇ ਤਨ ਜਿਹੜਾ ਹੈ ਉਹ ਹਰੀ ਦੇ ਨਾਮ ਰੰਗ ਦੇ ਵਿੱਚ ਰੰਗਿਆ ਜਾਵੇਗਾ। ਛੋੜ ਸਿਆਣਪ ਬਹੁ ਚਤੁਰਾਈ, ਅਖੀਰ ਸਾਹਿਬ ਕਹਿੰਦੇ ਮਾਲਕ ਦੇ ਜਦੋਂ ਦਰ ਤੇ ਆਏਗਾ ਨਾ, ਇਹ ਬਖਸ਼ਿਸ਼ਾਂ ਜੇ ਲੈਣੀਆਂ ਹੀ ਤੇ ਸ਼ਰਤੇ ਜੇ ਲੈਣੀਆਂ ਤੇ, ਜੇ ਤੂੰ ਕੇਵਲ ਬਾਜ਼ਾਰਾਂ ਚੋਂ ਖਿਡੌਣੇ ਹੀ ਖਰੀਦਣੇ ਨੇ ਫਿਰ ਤੁਰਿਆ ਜਾ।
ਜੇ ਇਹ ਲੈਣੀਆਂ ਫਿਰ ਛੋੜ ਸਿਆਣਪ ਬਹੁ ਚਤੁਰਾਈ। ਇੱਥੇ ਚਤੁਰਾਈ ਨਾ ਚਤੁਰਭੁਜ ਪਾਈ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇੱਥੇ ਹਦਾਇਤ ਕਰਕੇ ਕਿਹਾ ਮਨਾ ਕੰਨ ਦੇ ਕੇ ਸੁਣ ਲਾ। ਚਤੁਰਾਈਆਂ ਨਾਲ ਅੱਜ ਤੱਕ ਕਿਸੇ ਨੇ ਰੱਬ ਨਹੀਂ ਉਪਾਇਆ। ਤੂੰ ਆਪਣੀਆਂ ਚਤੁਰਾਈਆਂ ਸਿਆਣਪਾਂ ਛੱਡ ਦੇਣੀਆਂ ਕਰ। ਮਨ ਬਿਨ ਹਰ ਨਾਮੈ ਜਾਏ ਨ ਕਾਈ। ਤੇ ਮਨਾ ਹਰੀ ਨਾਮ ਤੋਂ ਬਿਨਾ ਨਾ ਉਸ ਜਹਾਨੇ ਉਸ ਦਰਗਾਹ ਵਿੱਚ ਤੈਨੂੰ ਕੋਈ ਵੀ ਜਗ੍ਹਾ ਜਿਹੜੀ ਹੈ ਉਹ ਨਹੀਂ ਮਿਲੇਗੀ। ਦਇਆ ਧਾਰੀ ਗੋਬਿੰਦ ਗੁਸਾਈ। ਅਖੀਰ ਸਾਹਿਬ ਕਹਿੰਦੇ ਮਾਲਕ ਦੇ ਦਰ ਤਰਲਾ ਲਿਆ ਤੇ ਉਹਨੇ ਦਇਆ ਧਾਰਨ ਕੀਤੀ, ਉਹਨੂੰ ਸਾਡੇ ਤੇ ਤਰਸ ਆ ਗਿਆ। ਹਰ ਹਰ ਨਾਨਕ ਟੇਕ ਟਿਕਾਈ। ਤੇ ਬਸ ਉਸ ਮਾਲਕ ਦੇ ਚਰਨਾਂ ਤੇ ਉਹਦੇ ਸ਼ਬਦ ਤੇ ਉਹਦੀ ਸਿੱਖੀ ਤੇ ਟੇਕ ਟਿਕਾ ਲਈ। ਪੂਰਨ ਭਰੋਸਾ ਵੱਜ ਗਿਆ, ਮਾਲਕ ਦਾ ਆਸਰਾ ਪਕੜ ਲਿਆ, ਬਸ ਉਹਦੇ ਦਰ ਘਰ ਦੇ ਹੋ ਗਏ। ਤੇ ਸਾਹਿਬ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਉਸ ਮਾਲਕ ਨੇ ਤੁੱਠ ਕਰਕੇ ਉਹਦੀ ਝੋਲੀ ਦੇ ਅੰਦਰ ਪਾ ਦਿੱਤੀਆਂ। ਸੋ ਇਹ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਤਹਿਤ ਸਾਹਿਬ ਦੇ ਇਹ ਪਾਵਨ ਲੜੀਵਾਰ ਸ਼ਬਦ ਸਨ ਜੋ ਤੁੱਠ ਕੇ ਦਾਤੇ ਨੇ ਬਖਸ਼ੇ। ਮੁੱਖ ਵਾਕ ਦੀ ਪਾਵਨ ਵਿਚਾਰ ਲੜੀਵਾਰ ਸ਼ਬਦ ਵਿਚਾਰ ਤਹਿਤ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਾਹਿਬ ਸਮੱਤ ਦੀ ਦਾਤ ਬਖਸ਼ਣ। ਕੋਟਾਨ ਕੋਟ ਸ਼ੁਕਰਗੁਜ਼ਾਰ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਆਪ ਗੁਰੂ ਕੀ ਸੰਗਤ ਦਾ, ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤਿਨਾਂ ਦਾ ਕੋਟਾਨ ਕੋਟ ਧੰਨਵਾਦ। ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ ਆਪ ਦੀ ਸੇਵਾ ਪ੍ਰਾਪਤ ਹੋਵੇ। ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੰਪੂਰਨਤਾ ਕਰੀਏ। ਛੋੜ ਸਿਆਣਪ ਬਹੁ ਚਤੁਰਾਈ। ਮਨ ਬਿਨ ਹਰ ਨਾਮੈ ਜਾਏ ਨ ਕਾਈ। ਦਇਆ ਧਾਰੀ ਗੋਬਿੰਦ ਗੁਸਾਈ। ਹਰ ਹਰ ਨਾਨਕ ਟੇਕ ਟਿਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।